सो प्रभु का धन्यवाद ਉਹਦੇ ਕਲਾਮ ਦੇ ਲਈ ਜ਼ੋਰਦਾਰ ਤਾੜੀ ਮਾਰਾਂਗੇ। ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਸੋ ਪ੍ਰਭੂ ਦਾ ਧੰਨਵਾਦ ਹੈ ਕਿ ਪਿਛਲੇ ਹਫਤੇ ਤੋਂ ਲੈ ਕੇ ਅੱਜ ਦੇ ਦਿਨ ਤੱਕ ਪ੍ਰਭੂ ਨੇ ਸਾਨੂੰ ਸਾਰਿਆਂ ਨੂੰ ਸੰਭਾਲਿਆ ਔਰ ਸ਼ਾਂਤੀ ਦਿੱਤੀ, ਤੰਦਰੁਸਤੀ ਦਿੱਤੀ। ਪ੍ਰਭੂ ਹਾਲੇਲੂਇਆ। ਅਸੀਂ ਉਹਦੀ ਕਿਰਪਾ ਦੇ ਨਾਲ ਜਿਉਂਦੇ ਹਾਂ, ਉਹਦੀ ਦਇਆ ਦੇ ਨਾਲ ਜਿਉਂਦੇ ਹਾਂ, ਉਹਦੇ ਵੱਡੇ ਰਹਿਮ ਦੇ ਕਾਰਨ ਅਸੀਂ ਜਿਉਂਦੇ ਹਾਂ, ਉਹਦੀ ਪਾਕ ਹਜ਼ੂਰੀ ਵਿੱਚ ਬੈਠੇ ਹਾਂ। ਪ੍ਰਭੂ ਹਾਲੇਲੂਇਆ ਹਾਲੇਲੂਇਆ। ਸੋ ਪਿਛਲੇ ਸੰਡੇ ਆਪਾਂ ਸਿੱਖਿਆ ਸੀ ਨਰਕ ਦੇ ਬਾਰੇ। ਨਰਕ ਕੀ ਹੈ? ਨਰਕ ਕਿਹਦੇ ਲਈ ਬਣਾਇਆ ਗਿਆ ਸੀ? ਕਾਫੀ ਗੱਲਾਂ ਆਪਾਂ ਖੁਦਾ ਦੇ ਕਲਾਮ ਦੇ ਵਿੱਚੋਂ ਸਿੱਖੀਆਂ ਸੀ ਨਰਕ ਦੇ ਬਾਰੇ ਕਿ ਯਿਸੂ ਮਸੀਹ ਨਰਕ ਦੀ ਵਾਸਤਵਿਕਤਾ ਨੂੰ ਕਿਸ ਤਰ੍ਹਾਂ ਆਪਣੇ ਸ਼ਬਦਾਂ ਨਾਲ ਬਿਆਨ ਕਰਦਾ ਹੈ। ਇਹ ਸੱਚ ਹੈ। ਹਾਲੇਲੂਇਆ ਹਾਲੇਲੂਇਆ। ਸਾਡੇ ਮਸੀਹੀ ਵਿਸ਼ਵਾਸ ਦੇ ਆਧਾਰ ਤੇ ਔਰ ਬਾਈਬਲ ਦੇ ਅਕੋਰਡਿੰਗ ਇਹ ਸੱਚ ਹੈ। ਅੱਜ ਆਪਾਂ ਸਵਰਗ ਦੇ ਬਾਰੇ ਸਿੱਖਾਂਗੇ। ਸਵਰਗ ਕੀ ਹੈ? ਹਾਲੇਲੂਇਆ ਹਾਲੇਲੂਇਆ। ਸਵਰਗ ਦੇ ਬਾਰੇ ਅੱਜ ਆਪਾਂ ਬਾਈਬਲ ਦੇ ਵਿੱਚ ਸਿੱਖਾਂਗੇ ਕਿ ਸਵਰਗ ਦੇ ਬਾਰੇ ਬੜੀ ਸਪਸ਼ਟਤਾ ਦੇ ਨਾਲ ਪਰਮੇਸ਼ਰ ਦਾ ਵਚਨ ਸਾਨੂੰ ਬਿਆਨ ਕਰਦਾ ਹੈ। ਇੱਕ ਵਿਸ਼ਵਾਸ ਕਰਨ ਵਾਲੀ ਭੈਣ ਔਰ ਵਿਸ਼ਵਾਸ ਕਰਨ ਵਾਲੇ ਭਾਈ ਦੇ ਲਈ ਉਤਪਤੀ ਦਾ ਪਹਿਲਾ ਅਧਿਆਇ ਉਹਦੇ ਪਹਿਲੇ ਵਚਨ ਤੋਂ ਹੀ ਉਹਦੇ ਸਾਰੇ ਸ਼ੰਕਾ ਦੂਰ ਹੋ ਜਾਂਦੀਆਂ ਨੇ। ਉੱਥੇ ਲਿਖਿਆ ਹੈ ਪਰ ਆਦਿ ਵਿੱਚ ਪਰਮੇਸ਼ਰ ਨੇ ਧਰਤੀ ਅਤੇ ਆਕਾਸ਼ ਨੂੰ ਪੈਦਾ ਕੀਤਾ, ਉਤਪਤ ਕੀਤਾ, ਉਹਨਾਂ ਦੀ ਰਚਨਾ ਕੀਤੀ। ਹਾਲੇਲੂਇਆ। ਇੱਕ ਵਿਸ਼ਵਾਸੀ ਭੈਣ ਲਈ, ਵਿਸ਼ਵਾਸੀ ਭਾਈ ਦੇ ਲਈ ਪਹਿਲਾ ਵਚਨ ਸਾਰੀਆਂ ਸ਼ੰਕਾਵਾਂ ਨੂੰ ਦੂਰ ਕਰਦਾ ਹੈ। ਅੱਜ ਆਪਾਂ ਸਵਰਗ ਦੇ ਬਾਰੇ ਕੁਝ ਗੱਲਾਂ ਨੂੰ ਸਿੱਖਾਂਗੇ। ਸਵਰਗ ਦੀ ਰਚਨਾ ਕਿਸ ਨੇ ਕੀਤੀ ਔਰ ਕਿਉਂ ਕੀਤੀ? स्वर्ग की है? स्वर्ग किस तरह का स्थान है और स्वर्ग दे विच केड़ा केड़ा व्यक्ति नहीं जाएगा या केड़ा केड़ा जाएगा? स्वर्ग की सच्चाई बड़ी जरूरी है साडे वास्ते समझना। हालेलुया हालेलुया। मैंने एक स्टोरी याद आ गई जिहदे विच एक व्यक्ति सी ਉਹ ਚਰਚ ਦੇ ਵਿੱਚ ਜਦੋਂ ਪ੍ਰਭੂ ਦਾ ਦਾਸ ਕੋਈ ਪ੍ਰਚਾਰ ਕਰਦਾ ਸੀਗਾ ਉਹ ਹਾਲੇਲੂਇਆ ਆਮੀਨ ਕਹਿ ਕੇ ਬੜਾ ਬੋਲਦਾ ਸੀਗਾ। ਜਦੋਂ ਵਚਨ ਬੋਲਿਆ ਜਾਂਦਾ ਸੀ, ਜੋ ਵੀ ਸਵਰਗ ਦੇ ਲਈ ਬੋਲਿਆ ਜਾਂਦਾ ਸੀ, ਅਨੰਤ ਜੀਵਨ ਲਈ ਬੋਲਿਆ ਜਾਂਦਾ ਸੀ, ਉਹ ਆਪਣੇ ਨੂੰ ਰਿਸੀਵ ਕਰਦਾ ਸੀ। ਆਮੀਨ ਕਹਿ ਕੇ ਹਾਲੇਲੂਇਆ ਕਹਿ ਕੇ ਇਹਨੂੰ ਰਿਸੀਵ ਕਰਦਾ ਸੀ ਆਪਣੇ ਵਾਸਤੇ। ਰੱਬ ਹਾਲੇਲੂਇਆ। ਇੱਕ ਵਾਰ ਦੀ ਗੱਲ, ਉਹਦੇ ਕੋਲ ਇੱਕ ਵਿਅਕਤੀ ਆਇਆ, ਉਹਨੂੰ ਕਹਿੰਦਾ ਭਾਈ ਅੱਜ ਇੱਕ ਬਾਹਰੋਂ ਪ੍ਰੀਚਰ ਮੰਗਾਇਆ, ਬਾਹਰੋਂ ਕੋਈ ਪ੍ਰਭੂ ਦਾ ਦਾਸ ਆ ਰਿਹਾ ਵਾ ਤੇ ਅੱਜ ਭਾਈ ਤੂੰ ਰੌਲਾ ਨਹੀਂ ਪਾਉਣਾ, ਅੱਜ ਤੂੰ ਬੋਲਣਾ ਨਹੀਂ ਹੈ ਚਰਚ 'ਚ। ਕਹਿੰਦਾ ਤੈਨੂੰ ਇੱਕ ਜੋੜਾ ਬੂਟ ਲੈ ਕੇ ਦਊਂਗਾ ਮੈਂ ਜੇਕਰ ਤੂੰ ਚੁੱਪ ਕਰਕੇ ਬੈਠਾ ਰਿਹਾ। ਰੱਬ ਹਾਲੇਲੂਇਆ। ਕਹਿੰਦਾ ਠੀਕ ਹੈ ਜੀ, ਸ਼ਰਤ ਮਨਜ਼ੂਰ ਹੈ। ਔਰ ਜੋ ਪ੍ਰਭੂ ਦਾ ਦਾਸ ਉਹ ਜਗ੍ਹਾ ਤੇ ਆਇਆ ਸੀਗਾ, ਉਹਦਾ ਜਿਹੜਾ ਵਿਸ਼ਾ ਸੀਗਾ ਸਵਰਗ ਦੇ ਬਾਰੇ ਸੀਗਾ, ਅਨੰਤ ਜੀਵਨ ਦੇ ਬਾਰੇ ਸੀਗਾ। ਉਹਨੇ ਸਵਰਗ ਨੂੰ ਬੜੇ ਵਿਸਤਾਰ ਦੇ ਨਾਲ ਇੱਕ ਹਿੱਸੇ ਨੂੰ ਖੋਲ ਕੇ ਦੱਸਿਆ। ਉਹ ਜਿਹੜਾ ਵਿਅਕਤੀ ਬੈਠਾ ਸੀ ਉਹਨੇ ਅਨੰਤ ਜੀਵਨ ਬਾਰੇ ਸੁਣਿਆ, ਸਦੀਪਕ ਜੀਵਨ ਬਾਰੇ ਸੁਣਿਆ, ਸਵਰਗ ਦੀਆਂ ਵਿਸ਼ੇਸ਼ਤਾਵਾਂ ਸੁਣੀਆਂ। ਕਹਿੰਦਾ ਬੂਟ ਦਿਓ ਚਾਹੇ ਨਾ ਦਿਓ, ਮੈਂ ਤਾਂ ਹਾਲੇਲੂਇਆ ਆਮੀਨ ਕਹਾਂਗਾ ਹੀ ਕਹਾਂਗਾ। ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਕਹਿੰਦਾ ਬੂਟ ਦਿਓ ਚਾਹੇ ਨਾ ਦਿਓ, ਹਾਲੇਲੂਇਆ ਆਮੀਨ ਮੈਂ ਕਹਾਂਗਾ, ਕਿਉਂਕਿ ਮੈਂ ਸਵਰਗ ਜਾਣਾ ਹੈ। ਮੈਂ ਰਿਸੀਵ ਕਰ ਦੇਣਾ ਸ਼ਬਦ। ਹਾਲੇਲੂਇਆ। ਅੱਜ ਅਸੀਂ ਉਸ ਸੱਚਾਈ ਨੂੰ ਬਾਈਬਲ ਦੇ ਵਿੱਚੋਂ ਸਿੱਖਣਾ ਹੈ। ਸਵਰਗ ਜੋ ਹੈ ਉਹ ਪਰਮੇਸ਼ਵਰ ਦੀ ਰਚਨਾ ਹੈ। ਸਾਨੂੰ ਬਾਈਬਲ ਦੇ ਕੁਝ ਹਵਾਲੇ ਪੜ੍ਹਨੇ ਪੈਣਗੇ ਜਿਸ ਤੋਂ ਸਾਨੂੰ ਪਤਾ ਲੱਗੇਗਾ ਕਿ ਸਵਰਗ ਦੀ ਰਚਨਾ ਕੀਤੀ ਕਿਹਨੇ ਹੈ, ਸਵਰਗ ਬਣਾਇਆ ਕਿਹਨੇ ਆ। ਸਵਰਗ ਕਿਸੇ ਮਨੁੱਖ ਦੀ ਕਾਲਪਨਿਕ ਸੋਚ ਨਹੀਂ ਹੈ। ਸਵਰਗ ਕਿਸੇ ਇਨਸਾਨ ਦਾ ਬਣਾਇਆ ਹੋਇਆ ਨਹੀਂ ਹੈ। ਸਵਰਗ ਪਰਮੇਸ਼ਰ ਦਾ ਬਣਾਇਆ ਹੋਇਆ ਹੈ। ਹਾਲੇਲੂਇਆ ਹਾਲੇਲੂਇਆ। ਇੱਕ ਵਚਨ ਪੜਾਂਗੇ ਯਸ਼ਾਇਆ ਨਬੀ ਦੀ ਕਿਤਾਬ 45 ਅਧਿਆਏ ਉਹਦਾ 18 ਵਚਨ। ਯਹੋਵਾ ਜੋ ਆਕਾਸ਼ ਦਾ ਕਰਤਾ ਹੈ ਉਹੀ ਪਰਮੇਸ਼ਰ ਹੈ, ਜਿਸ ਧਰਤੀ ਨੂੰ ਸਾਜਿਆ, ਜੀ ਉਹਨੂੰ ਬਣਾਇਆ ਅਤੇ ਕਾਇਮ ਕੀਤਾ। आमीन। क्योंकि यहोवा जो आकाश का सृजनहार है वही परमेश्वर है। आकाश हालेलुया।
इंग्लिश ਵਿੱਚ ਹੈਮਨ ਲਿਖਿਆ ਹੋਏਗਾ। ਪੜ੍ਹੀਏ ਭਾਈ, ਇੰਗਲਿਸ਼ ਕੀ ਲਿਖਿਆ? ਹੈਵਨਸ। ਹੈਵਨਸ, ਹੈਵਨ ਨਹੀਂ ਆ, ਹੈਵਨਸ। ਹੈਵਨਸ ਦਾ ਮਤਲਬ ਹੈ ਸਵਰਗਾਂ ਦੇ ਸਵਰਗ। ਇੱਕ ਸਵਰਗ ਨਹੀਂ ਆ, ਕਈ ਸਵਰਗ। ਰੱਬ ਹਾਲੇਲੂਇਆ। ਬਾਈਬਲ ਬੜੇ ਹੀ ਅੱਛੇ ਤਰੀਕੇ ਨਾਲ ਸਾਨੂੰ ਸਮਝਾਉਂਦੀ ਹੈ ਕਿ ਪਰਮੇਸ਼ਵਰ ਨੇ ਇੱਥੇ ਆਕਾਸ਼ ਲਿਖਿਆ ਹੈ। ਇੰਗਲਿਸ਼ ਵਿੱਚ ਹੈਵਨਸ। ਹੈਵਨਸ ਦਾ ਮਤਲਬ ਬਹੁਵਚਨ ਹੈ। ਰੱਬ ਹਾਲੇਲੂਇਆ। ਕਿਉਂਕਿ ਬਾਈਬਲ ਕਹਿੰਦੀ ਆ ਜਦੋਂ ਰਾਜਾ ਪ੍ਰਾਰਥਨਾ ਕਰ ਰਿਹਾ ਸੀ, ਸੁਲੇਮਾਨ ਪ੍ਰਾਰਥਨਾ ਇਸ ਤਰ੍ਹਾਂ ਕਰ ਰਿਹਾ ਸੀ, हे ਪਰਮੇਸ਼ਵਰ, ਤੂੰ ਸਵਰਗਾਂ ਵਿੱਚ ਵੀ ਵਿਆਪਤਾ ਨਹੀਂ, ਕੱਲਾ ਸਵਰਗ ਨਹੀਂ ਆ, ਸਵਰਗਾਂ ਦੇ ਸਵਰਗ। ਰੱਬ ਹਾਲੇਲੂਇਆ। ਔਰ ਬਾਈਬਲ ਸਾਨੂੰ ਬੜੇ ਅੱਛੇ ਤਰੀਕੇ ਨਾਲ ਦੱਸਦੀ ਹੈ ਕਿ ਸਵਰਗ ਨੂੰ ਰਚਣ ਵਾਲਾ ਕੌਣ ਹੈ? ਪਰਮੇਸ਼ਵਰ। ਇਹਨੂੰ ਬਣਾਉਣ ਵਾਲਾ ਉਹ ਆਪ ਹੀ ਹੈ। ਉਹਨੇ ਦੀ ਰਚਨਾ ਕੀਤੀ। ਉਹਦੀ ਰਚਨਾ ਕਰਨਾ ਉਹਦੀ ਇੱਕ ਬਹੁਤ ਵੱਡੀ ਯੋਜਨਾ ਹੈ ਇਨਸਾਨੀਅਤ ਦੇ ਲਈ, ਮਨੁੱਖ ਜਾਤੀ ਦੇ ਲਈ। ਰੱਬ ਹਾਲੇਲੂਇਆ। ਉਹ ਆਪਾਂ ਅੱਗੇ ਵੀ ਸਿੱਖਾਂਗੇ ਕੁਝ ਵਚਨਾਂ ਨੂੰ, ਕਿਉਂਕਿ ਯਹੋਵਾ ਜੋ ਆਕਾਸ਼ ਦਾ ਸਿਰਜਣਹਾਰ ਵਹੀ ਪਰਮੇਸ਼ਵਰ ਹੈ। ਬੜੇ ਦਾਅਵੇ ਦੇ ਨਾਲ ਕਹਿੰਦਾ ਕੋਈ ਹੋਰ ਪਰਮੇਸ਼ਵਰ ਨਹੀਂ ਆ। ਜਿਹਨੇ ਸਵਰਗ ਰਚਿਆ ਹੈ ਉਹੀ ਪਰਮੇਸ਼ਵਰ ਹੈ, ਸਵਰਗ ਇੱਕ ਨਹੀਂ ਆ। ਬਾਈਬਲ ਦੱਸਦੀ ਹੈ, जब आप दूसरा करंथिया की पत्री पढ़ते हैं, दूसरा करंथिया 5 का एक वचन पढ़िए, कोई भी एक जना। कितने स्वर्ग हैं जो परमेश्वर ने बनाए ने, किसी इंसान ने नहीं रचे। 5 का एक वचन पढ़िए। क्योंकि हम जानते हैं कि जब हमारा पृथ्वी पर का डेरा सरीखा घर गिराया जाएगा तो हमें परमेश्वर की ओर से स्वर्ग पर एक ऐसा भवन मिलेगा जो हाथों से बना हुआ घर नहीं परंतु चिरस्थाई से। आमीन। चिरस्थाई मतलब स्वर्ग सदा बनया रहेगा, स्वर्ग कदे खत्म नहीं होएगा। स्वर्ग जेड़ा है ओदी एक्सपायरी डेट नहीं है। रब हालेलुया। बाइबल च लिखा है जद साडा तंबू जिहा घर जेड़ा धरती ते ढह जाएगा ते सानू परमेश्वर दे कोलों एक भवन मिलेगा, एक अजिहा घर मिलेगा जेड़ा मनुख दा बनाया है नहीं आ, और चिरस्थाई आ जिन्हों परमेश्वर ने बनाया है। चिरस्थाई का मतलब है स्वर्ग सदा बनया रहेगा। रब हालेलुया। एक वचन होर पढ़िए, दूसरा करंथिया 12 का 2 वचन। कृपा जिहड़े नोट करना चाहते नोट करो, घरे जाके भी ना वचनों को पढ़िया जी। मैं मसीह में एक मनुष्य को जानता हूँ, 14 वर्ष हुए कि ना जाने दहशत ना जाने धैर्यत परमेश्वर जानता है। ऐसा मनुष्य तीसरे स्वर्ग तक उठाया लिया जाए। तीसरे स्वर्ग तक, ਇਹਦਾ ਮਤਲਬ ਕੱਲਾ ਤੀਸਰਾ ਸਵਰਗ ਹੀ ਨਹੀਂ ਆ, ਇੱਕ ਹੋਊਗਾ, 2 ਹੋਊਗਾ, ਫਿਰ ਤੀਜਾ ਆਏਗਾ। ਰੱਬ ਹਾਲੇਲੂਇਆ। ਉਹਨੇ ਪੌਲਸ ਕਹਿੰਦਾ ਅਜਿਹਾ ਵਿਅਕਤੀ ਤੀਸਰੇ ਸਵਰਗ ਵਿੱਚ ਉਠਾ ਲਿਆ ਗਿਆ। ਦਾ ਮਤਲਬ 2 ਸਵਰਗ ਦੀ। ਤਾਂ ਹੀ ਆਪਾਂ ਵਚਨ ਪੜਿਆ ਸੀਗਾ, ਉੱਥੇ ਹੈਵਨਸ ਬਾਰੇ ਲਿਖਿਆ ਕਿ ਸਵਰਗਾ ਬਾਰੇ ਲਿਖਿਆ। ਰਾਜੇ ਦੀ ਕਿਤਾਬ ਤੇ ਜੋ ਮੈਂ ਵਚਨ ਤੁਹਾਨੂੰ ਦੱਸਿਆ ਸੀਗਾ, ਪਹਿਲੇ ਰਾਜੇ 8 ਦੇ 27 ਵਚਨ ਚ ਉੱਥੇ ਲਿਖਿਆ ਹੈ, ਸੁਲੇਮਾਨ ਕਹਿੰਦਾ ਪਰਮੇਸ਼ਰ ਤੂੰ ਸਵਰਗਾਂ ਵਿੱਚ ਵੀ ਨਹੀਂ ਵਿਆਪਦਾ। ਰੱਬ ਹਾਲੇਲੂਇਆ। ਪੌਲਸ ਦੀ ਪੱਤਰੀ ਵਿੱਚ ਲਿਖਿਆ ਹੈ ਇੱਕ ਵਿਅਕਤੀ ਤੀਸਰੇ ਆਕਾਸ਼ ਵਿੱਚ ਉਠਾ ਲਿਆ ਗਿਆ। ਤੁਹਾਨੂੰ ਪਤਾ ਹੈ ਪਹਿਲੇ ਆਕਾਸ਼ ਵਿੱਚ ਤਾਰਾਗਣ ਹੈ, ਬੱਦਲ ਹੈ, ਪਕਸ਼ੀ ਉੜਦੇ ਫਿਰਦੇ ਆ। ਦੂਸਰੇ ਆਕਾਸ਼ ਵਿੱਚ ਦੂਸਰਾ ਹੈਵਨ ਜਿਹਨੂੰ ਕਹਿੰਦੇ ਆ, ਉੱਥੇ ਦੁਸ਼ਟ ਆਤਮਾ ਦਾ ਅਧਿਕਾਰ। ਰੱਬ ਹਾਲੇਲੂਇਆ। ਤੁਹਾਨੂੰ ਪਤਾ ਜਦੋਂ ਪਰਮੇਸ਼ਰ ਨੇ ਸਵਰਗ ਬਣਾਇਆ ਸੀਗਾ, ਸਭ ਤੋਂ ਪਹਿਲਾਂ ਪਰਮੇਸ਼ਰ ਨੇ ਕੀ ਬਣਾਇਆ ਹੈ? ਸਵਰਗ। ਪ੍ਰਿਥਵੀ ਬਣ ਤੋਂ ਪਹਿਲਾਂ ਸਵਰਗ ਹੈ, ਨਰਕ ਬਣ ਤੋਂ ਪਹਿਲਾਂ ਸਵਰਗ ਹੈ, ਇਨਸਾਨ ਬਣ ਤੋਂ ਪਹਿਲਾਂ ਸਵਰਗ ਹੈ, ਸਵਰਗ ਦੂਤ ਬਣ ਤੋਂ ਪਹਿਲਾਂ ਸਵਰਗ ਬਣਾਇਆ ਹੈ ਪਰਮੇਸ਼ਰ ਨੇ। ਰੱਬ ਹਾਲੇਲੂਇਆ। ਤੀਸਰੇ ਸਵਰਗ ਦੇ ਵਿੱਚ ਉਹ ਆਪ ਰਹਿੰਦਾ ਹੈ। ਤੀਸਰੇ ਸਵਰਗ ਵਿੱਚ ਪਰਮੇਸ਼ਵਰ ਆਪ ਰਹਿੰਦਾ ਹੈ। ਰੱਬ ਹਾਲੇਲੂਇਆ। ਤੀਸਰੇ ਸਵਰਗ ਵਿੱਚ ਪਰਮੇਸ਼ਰ ਦਾ ਸਿੰਘਾਸਨ ਹੈ। ਤੀਸਰੇ ਸਵਰਗ ਵਿੱਚ ਪ੍ਰਭੂ ਆਪ ਵਿਰਾਜਮਾਨ ਰਹਿੰਦਾ ਹੈ। ਜਿਸ ਵਿਅਕਤੀ ਦੀ ਇਹ ਗੱਲ ਕਰ ਰਿਹਾ ਪੌਲਸ ਗੱਲ ਕਰਦਾ ਪਿਆ ਵਾ, ਉਹ ਤੀਸਰੇ ਸਵਰਗ ਵਿੱਚ ਗਿਆ। ਰੱਬ ਹਾਲੇਲੂਇਆ। ਇਹਦਾ ਮਤਲਬ ਸਵਰਗ ਇੱਕ ਨਹੀਂ ਹੈ। जिस स्वर्ग में ਅਸੀਂ ਜਾਣਾ ਹੈ ਉਹ ਤੀਸਰਾ ਸਵਰਗ। ਦੁਸ਼ਟ ਆਤਮੇ ਜਿਹੜੇ ਆ, ਅੰਧਕਾਰ ਦੀਆਂ ਜਿਹੜੀਆਂ ਸ਼ਕਤੀਆਂ ਹੈ, ਉਹ ਵੀ ਆਕਾਸ਼ ਸਵਰਗ ਵਿੱਚ ਰਹਿੰਦੀਆਂ ਨੇ।
ਕਿਉਂਕਿ ਅਫਸੀਆ ਦੇ ਖਾਤੇ ਜਦੋਂ ਪੜ੍ਹਦੇ ਹਾਂ ਤੇ ਕਹਿੰਦਾ ਸਾਡੀ ਲੜਾਈ ਲਹੂ ਮਾਸ ਦੇ ਨਾਲ ਨਹੀਂ ਆ, ਅੰਧਕਾਰ ਦੇ ਦੁਸ਼ਟ ਆਤਮਿਆਂ ਦੇ ਹਾਕਿਮਾਂ ਨਾਲ ਜੋ ਸਵਰਗੀ ਥਾਵਾਂ ਵਿੱਚ ਰਹਿੰਦੇ ਨੇ। ਕਿੱਥੇ ਰਹਿੰਦੇ ਨੇ? ਸਵਰਗੀ ਥਾਵਾਂ, ਦੂਸਰੇ ਸਵਰਗ ਵਿੱਚ ਉਹ ਰਹਿੰਦੇ ਨੇ। ਜੋ ਪਰਮੇਸ਼ਰ ਨੇ ਉਹਨਾਂ ਨੂੰ ਉੱਥੋਂ ਕੱਢਿਆ ਹੈ ਤਾਂ ਉਹਨਾਂ ਨੇ ਆਪਣਾ ਡੇਰਾ ਦੂਸਰੇ ਸਵਰਗ ਵਿੱਚ ਲਾ ਲਿਆ। ਹਾਲੇਲੂਇਆ। ਪਰਮੇਸ਼ਰ ਜੋ ਹੈ ਸਭ ਤੋਂ ਉੱਚੇ ਸਵਰਗ ਦੇ ਵਿੱਚ ਰਹਿੰਦਾ ਹੈ, ਉਹਦਾ ਸਿੰਘਾਸਨ ਸਭ ਤੋਂ ਉੱਚੇ ਸਵਰਗ ਦੇ ਵਿੱਚ ਹੈ। ਹਾਲੇਲੂਇਆ। ਹਾਲੇਲੂਇਆ। परमेश्वर ने स्वर्ग की रचना की और उत्पत्ति एक दा एक वचन भी अपन क्लियर करता है, आदि विच परमेश्वर ने धरती दी आकाश दी रचना की थी। उथे भी अर्थ ते हेवन ही होएगा। हालेलुया। परमेश्वर ने ही स्वर्ग नू रचिया है, परमेश्वर ने ही स्वर्ग बनाया है। ये किसी व्यक्ति दा किसी विज्ञानी दा बनाया होया, क्योंकि जेड़ा स्वर्ग है, जो स्वर्ग दा सुख है, जो स्वर्ग दा उतना माहौल है, साडे मन दे विच भी कदी वो ख्याल नहीं आए जो खुदा ने तैयार करके रखा है। स्वर्ग किहदे लई तैयार किया गया? इंसान दे लई। हालेलुया। हालेलुया। हुण सानू पता लग गया कि स्वर्ग किन्ने बनाया है। किसी इंसान ने नहीं बनाया जेड़ा मां प्यो तो पैदा होया। स्वर्ग परमेश्वर दा है ते ओही गल्ला परमेश्वर जिन्हें चीजां नू रचिया है। एक वचन होर कटांगे आपां। पहली गल अपन समझ आ गई स्वर्ग की रचना किन्ने की थी। दूजी गल है स्वर्ग की है। जबूरा की पुस्तक 11 अध्याय 14 वचन। 11 दा 14 जबूरा की पोथी 4 11 दा 4। यहोवा अपने पवित्र भवन में है। हाँ। यहोवा का सिंहासन स्वर्ग में है। आमीन। यहोवा दा सिंहासन किथे आ? स्वर्ग च। स्वर्ग दे विच। ਇਹਦਾ मतलब स्वर्ग जो है वो परमेश्वर का निवास स्थान है। हालेलुया। हालेलुया। परमेश्वर अपने पवित्र भवन में है। परमेश्वर का सिंहासन स्वर्ग में है। उसकी आंखें मनुष्य की संतान को नित्य देखती हैं, देखती रहती हैं, उसकी पलकें उनको जांचती हैं। हालेलुया। हालेलुया। स्वर्ग जेड़ा है वो परमेश्वर का निवास स्थान है। स्वर्ग जो है जिथे वो आप विराजदा है, जिथे ओदी उपस्थिति है। हालेलुया। कलाम कहता है वो अपने पवित्र स्वर्ग तो देखदा है। परमेश्वर किथे आ? तीसरे आकाश विच, स्वर्ग विच। देखो उथों देखदा हो। वचन च पढ़िया आपां, उसकी आंखें मनुष्य की संतान को नित देखती हैं। रोज वेखदा है। ਤੁਹਾਨੂੰ ਪਤਾ ਸਾਡੀਆਂ ਜਿਹੜੀਆਂ ਅੱਖਾਂ ਹੈ ਇਹਨਾਂ ਦੀ ਰਟੀਨਾ ਦੀ ਜਿਹੜੀ ਹੈ ਉਹਨਾਂ ਦੀ ਇੱਕ ਲਿਮਟ ਹੈ। ਅਸੀਂ ਕੁਝ ਦੂਰੀ ਤੱਕ ਦੇਖ ਸਕਦੇ ਹਾਂ। ਹਾਲੇਲੂਇਆ। ਜਿਹੜੀ ਆਤਮਾ ਹੁੰਦੀ ਆ ਉਹਦੀ ਦੇਖਣ ਅੱਖਾਂ ਦੀ ਦੇਖਣ ਦੀ ਲਿਮਟ ਨਹੀਂ ਹੁੰਦੀ। ਤਾਂ ਹੀ ਤਾਂ ਜਿਹੜਾ ਨਰਕ ਦੇ ਵਿੱਚ ਹੀ ਵਿਅਕਤੀ ਹੈ ਨਾ, ਕਹਿੰਦਾ ਉਹਨੇ ਅੱਖਾਂ ਚੁੱਕ ਕੇ ਦੇਖਿਆ ਸੁਖਲੋਕ ਵਿੱਚ ਅਬਰਾਹਾਮ ਦੀ ਗੋਦ ਵਿੱਚ ਲਾਜ਼ਰ ਬੈਠਾ ਹੈ। सुखलोक किथे? थल्ले नहीं है, ऊपर है। हालेलुया। ਇਹਦਾ मतलब आत्मा ਜਿਹੜੀ ਹੈ ਉਹ ਬੜੀ ਦੂਰ ਤੱਕ ਦੇਖ ਸਕਦੀ ਹੈ। ਜਦੋਂ ਆਤਮਾ ਦੇ ਆਪਾਂ ਦੇਖਦੇ ਸਰੀਰਕ ਅੱਖਾਂ ਦੇ ਨਾਲ ਸਾਹਮਣੇ ਦੀਵਾਰ ਆਰ ਪਾਰ ਨਹੀਂ ਦਿਖਾਈ ਦਿੰਦਾ। ਜਦੋਂ ਆਤਮਾ ਵੇਖਦੀ ਆ ਤਾਂ ਇਹਦੇ ਆਰ ਪਾਰ ਵੀ ਵਿਖਾਈ ਦਿੰਦਾ। ਹਾਲੇਲੂਇਆ। ਇੱਕ ਪ੍ਰਭੂ ਦਾ ਦਾਸ ਦੱਸ ਰਿਹਾ ਸੀਗਾ, ਕਹਿੰਦਾ ਇੱਕ ਵਾਰ ਅਸੀਂ ਜਾ ਰਹੇ ਸੀਗੇ, ਕਿਸੇ ਵਿਅਕਤੀ 'ਚ ਦੁਸ਼ਟ ਆਤਮਾ ਸੀ। ਅਸੀਂ ਦੁਸ਼ਟ ਆਤਮਾ ਕੱਢਣ ਜਾ ਰਹੇ ਸੀ, ਕਹਿੰਦਾ ਸੀ ਰਸਤੇ ਜਾ ਰਹੇ ਚੈਨ ਟੁੱਟ ਗਈ। ਜਿਹੜੇ ਦੁਸ਼ਟ ਆਤਮਾ ਦੇ ਕੋਲੇ ਸੀ ਦੇਖਿਆ ਮੈਂ ਚੈਨ ਤੋੜ ਦਿੱਤੀ ਉਹਨਾਂ ਦੀ। ਹੁਣ ਦੁਸ਼ਟ ਆਤਮਾ ਉੱਥੇ ਆ, ਉੱਥੋਂ ਦੇਖ ਰਿਹਾ ਵਾ ਚੈਨ ਟੁੱਟ ਗਈ ਹੈ। ਕਹਿੰਦੇ ਪਾਸਟਰ ਜੀ ਮੋਟਰਸਾਈਕਲ ਤਾਂ ਤੁਹਾਡਾ ਠੀਕ ਹੈ। ਕਹਿੰਦਾ ਜੀ ਚੈਨ ਟੁੱਟ ਗਈ। ਜਿਹੜੀ ਆਤਮਾ ਹੁੰਦੀ ਆ ਉਹ ਦੂਰ ਤੱਕ ਦੇਖ ਸਕਦੀ। परमेश्वर की है आत्मा। हालेलुया। यूहन्ना दी अंजील च लिखा परमेश्वर आत्मा है। परमेश्वर जब स्वर्ग तो देखदा है अपने सिंहासन तो ता परमेश्वर देखे दूसरा आकाश भी खुलदा है, तीसरा भी खुलदा है और धरती भी खुलदी है, थल्ले पताल भी वो देख लेंदा है, थल्लों तक देखदा है खुदा। हालेलुया। रहंदा किथे आ? स्वर्ग दे विच। हालेलुया। हालेलुया। स्वर्ग में ਉਹਦੀ ਉਪਸਥਿਤੀ ਰਹਿੰਦੀ ਹੈ। ਮਤੀ 6 ਦਾ 9 ਵਚਨ ਕਹਿੰਦਾ ਹੈ
जब आप प्रार्थना पढ़ते थे, प्रार्थना लिखी, हे साडे स्वर्गी पिता। स्वर्गी पिता मतलब ओदा निवास स्थान कह के कह रहे। हालेलुया। स्वर्ग जिहड़ा है वो पवित्र है। स्वर्ग की है पवित्र पवित्र है, और जिहड़ा स्वर्ग दे विच विराजदा है वो अत पवित्र है। हालेलुया। हालेलुया स्वर्ग पवित्र है, जिहड़ा स्वर्ग दे विच बैठदा है सिंहासन दे उपर ਉਹ ਅਤ ਪਵਿੱਤਰ ਹੈ। ਤੁਹਾਨੂੰ ਪਤਾ ਹੈ ਰਾਜ ਦਾ ਅਧਿਕਾਰ ਕਿੱਥੋਂ ਤੈਅ ਕੀਤਾ ਜਾਂਦਾ ਹੈ? ਸਵਰਗ ਤੋਂ। ਰਾਜਾ ਨਬੂਕਦਨੈਸਰ ਨੂੰ ਦਾਨੀਏਲ ਕਹਿੰਦਾ, ਰਾਜਾ ਸਵਰਗ ਦਾ ਜਿਹੜਾ ਅਧਿਕਾਰ ਹੈ, ਰਾਜ ਦਾ ਜਿਹੜਾ ਅਧਿਕਾਰ ਹੈ ਉਹ ਸਵਰਗ ਤੋਂ ਤੈਅ ਹੁੰਦਾ ਹੈ। ਕਿਹਨੂੰ ਦਿੱਤਾ ਜਾਏਗਾ? ਇਸੇ ਕਰਕੇ ਘਮੰਡ ਨਾ ਕਰ। परमेश्वर ने तेनों दिता है, तो अपने बाल, अपनी बुद्धि, अपनी ताकत ना, लोगों की सपोर्ट देना राज्य विच नहीं आया। हालेलुया हालेलुया क्योंकि परमेश्वर सारियां जातां ते, सारे राष्ट्रों ते, सारे राज्यों पर राज करता है। हालेलुया। बाइबल इस तरह सानू दसदा है। हालेलुया। स्वर्ग जो है वो बड़ा पवित्र है, ਉੱਥੇ ਰਹਿਣ ਵਾਲੇ ਵੀ ਪਵਿੱਤਰ ਹੈ। स्वर्ग च परमेश्वर सिंहासन दे आ और ਜਿਹੜੇ ਲੱਖਾਂ ਕਰੋੜਾਂ ਦੂਤ ਹੈ ਉਹਦੀ ਆਰਾਧਨਾ ਕਰਦੇ ਆ, ਉਹਦੀ ਵਰਸ਼ਿਪ ਕਰਦੇ ਆ। ਹੁਣ ਬੜੇ ਧਿਆਨ ਨਾਲ ਸੁਣਨਾ, ਜਦ ਪਰਮੇਸ਼ਰ ਨੇ स्वर्ग ਬਣਾਇਆ ਤਾਂ ਧਰਤੀ ਤੋਂ ਪਹਿਲਾਂ ਬਣਾਇਆ, ਆਦਮ ਤੋਂ ਪਹਿਲਾਂ ਬਣਾਇਆ। स्वर्ग ਬਣਾਇਆ ਤਾਂ स्वर्ग ਵਿੱਚ ਬੈਠਣ ਦਾ ਸਿਂਹਾਸਨ ਵੀ ਉਹਨੇ ਬਣਾਇਆ। सिंहासन ਤੇ ਜਦੋਂ ਬੈਠਦਾ ਹੈ ਤਾਂ ਉਹ ਪ੍ਰਾਣੀ ਬਣਾਏ ਜਿਹੜੀ ਉਹਦੀ ਆਰਾਧਨਾ ਕਰਨ, ਉਹਦੀ ਸਤੁਤੀ ਕਰਨ। ਹਾਲੇਲੂਇਆ ਹਾਲੇਲੂਇਆ। ਜਦੋਂ ਉਹ ਵਿਅਕਤੀ ਬਣਾਏ, ਆਤਮਿਕ ਪ੍ਰਾਣੀ ਬਣਾਏ, ਉਹ ਪ੍ਰਾਣੀ ਪ੍ਰਭੂ ਦੀ ਆਰਾਧਨਾ ਕਰਦੇ ਸੀ। ਜਿਨ੍ਹਾਂ ਚ ਇੱਕ ਪ੍ਰਾਣੀ ਸੀਗਾ ਲੂਸੀਫਰ। ਹਾਲੇਲੂਇਆ। ਹਾਲੇਲੂਇਆ। ਲੂਸੀਫਰ ਪਰਮੇਸ਼ਵਰ ਦੀ ਰਚਨਾ ਹੈ। ਲੂਸੀਫਰ ਕੀ ਹੈ? ਪਰਮੇਸ਼ਵਰ ਦੀ ਰਚਨਾ। ਲੂਸੀਫਰ ਸ਼ੈਤਾਨ ਆਪਣੇ ਕੰਮਾਂ ਕਰਕੇ ਬਣਿਆ। ਹਾਲੇਲੂਇਆ। ਉਹ ਦੁਸ਼ਟ ਆਪਣੇ ਕੰਮਾਂ ਕਰਕੇ ਬਣਿਆ। ਪਰਮੇਸ਼ਵਰ ਨੇ ਉਹਨੂੰ ਦੁਸ਼ਟ ਕਰਕੇ ਨਹੀਂ ਬਣਾਇਆ ਸੀ। ਪਰਮੇਸ਼ਰ ਦਾ ਵਚਨ ਕਹਿੰਦਾ ਹੈ ਉਹਦੀ ਹਰ ਇੱਕ ਰਚਨਾ ਬੜੀ ਸੁੰਦਰ ਹੈ ਤੇ ਬੜੀ ਸੋਹਣੀ ਹੈ। ਸ਼ੈਤਾਨ ਬਣ ਤੋਂ ਪਹਿਲਾਂ ਲੂਸੀਫਰ ਇੱਕ ਫਰਿਸ਼ਤਾ ਹੈ, ਇੱਕ ਸਵਰਗਦੂਤ ਹੈ ਜਿਹੜਾ ਪ੍ਰਭੂ ਦੀ ਆਰਾਧਨਾ ਕਰਦਾ ਹੈ, ਪ੍ਰਭੂ ਦੀ ਸਤੁਤੀ ਕਰਦਾ ਹੈ, ਉਹਦੀ ਆਰਾਧਨਾ ਗਾ ਕੇ ਕਰਦਾ ਹੈ। ਉਹਦੀ ਰਚਨਾ ਅਜੀਬ ਸੀਗੀ ਸਭ ਸਵਰਗਦੂਤਾਂ ਨਾਲ। ਹਾਲੇਲੂਇਆ। ਜਦ ਪਰਮੇਸ਼ਰ ਨੇ ਉਸ ਨੂੰ ਬਣਾਇਆ ਤਾਂ ਬਾਈਬਲ ਕਹਿੰਦੀ ਆ ਉਹਨੂੰ ਉੱਤਮ ਬਣਾਇਆ। ਕਹਿੰਦਾ ਤੂੰ ਉੱਤਮਤਾ ਦੀ ਮੋਹਰ ਹੈ ਤੇ ਸੁੰਦਰਤਾ ਵਿੱਚ ਭਰਪੂਰ ਹੈ। ਉੱਤਮਤਾ ਦੀ ਮੋਹਰ ਹੈ ਤੇ ਸੁੰਦਰਤਾ ਵਿੱਚ ਅਤੇ ਬੁੱਧੀ ਵਿੱਚ ਵੀ ਭਰਪੂਰ ਹੈ। ਸ਼ੈਤਾਨ ਦੇ ਅੰਦਰ ਸੁੰਦਰਤਾ, ਉੱਤਮਤਾ ਔਰ ਬੁੱਧੀ ਤਿੰਨੇ ਚੀਜ਼ਾਂ ਪਾਈਆਂ ਜਾਂਦੀਆਂ। ਇਹ ਖੁਦਾ ਨੇ ਉਹਨੂੰ ਦਿੱਤੀਆਂ ਸੀਗੀਆਂ। जब परमेश्वर की रचना की तो ਉਹਦੇ ਅੰਦਰ ਇੱਕ ਗੁਣ ਪਾਏ ਸੀ ਉਹਨੇ। ਹਾਲੇਲੂਇਆ। ਔਰ ਜਿਹੜੇ ਦੇ ਪੰਖ ਸੀਗੇ, ਜਦੋਂ ਇਹ ਫਲਾਉਂਦਾ ਸੀਗਾ ਤਾਂ ਬਾਈਬਲ ਕਹਿੰਦੀ ਆ ਹਰ ਤਰ੍ਹਾਂ ਦੀਆਂ ਬਾਂਸੁਰੀਆਂ, ਤਮੂਰੇ, ਹਰ ਤਰ੍ਹਾਂ ਦਾ ਸਾਜ਼, ਹਰ ਤਰ੍ਹਾਂ ਯਿਸੂ ਦੇ ਪਰਾਂ ਚੋਂ ਨਿਕਲਦਾ ਸੀ ਔਰ ਪ੍ਰਭੂ ਦੀ ਆਰਾਧਨਾ ਕਰਦਾ ਸੀ। ਹਾਲੇਲੂਇਆ। ਪ੍ਰਭੂ ਦੀ ਵਡਿਆਈ ਕਰਦਾ ਸੀ। ਪਰ ਜਦੋਂ ਨੂੰ ਪਤਾ ਲੱਗਾ ਕਿ ਮੇਰਾ ਤੇ ਦੂਜੇ ਸਵਰਗਦੂਤਾਂ ਦੇ ਵਿੱਚ ਫਰਕ ਆ। ਹਾਲੇਲੂਇਆ। ਬਾਈਬਲ ਕਹਿੰਦੀ ਉੱਥੇ ਤੂੰ ਪਰਮੇਸ਼ਰ ਦੇ ਅਗਨ ਦੇ ਪੱਥਰਾਂ ਵਿੱਚ ਚੱਲਦਾ ਸੀ ਖੁਦਾ ਦੇ ਸਾਹਮਣੇ, ਕਿਉਂਕਿ ਬਾਈਬਲ ਕਹਿੰਦੀ ਹੈ ਪਰਮੇਸ਼ਰ ਭਸਮ ਕਰਨ ਵਾਲੀ ਅੱਗ ਹੈ ਨਾ, ਹਰ ਇੱਕ ਉੱਥੇ ਨਹੀਂ ਜਾ ਸਕਦਾ। ਕੁਝ ਸਵਰਗਦੂਤ ਹੈ ਜੋ ਆਪਣਾ ਮੂੰਹ ਢੱਕਦੇ ਆ, ਆਪਣੇ ਪੈਰ ਢੱਕਦੇ ਆ, ਦੋਣਾ ਉੱਡਦੇ ਆ, ਉਹ ਵੀ ਆਪਣੀਆਂ ਉਹਨਾਂ ਅੱਖਾਂ ਦੇ ਨਾਲ ਉਹਨੂੰ ਪਵਿੱਤਰ ਖੁਦਾ ਨੂੰ ਵੇਖ ਨਹੀਂ ਸਕਦੇ। ਇਹ ਸਪੈਸ਼ਲ ਸੀਗਾ, ਦੂਜੇ ਸਵਰਗਦੂਤਾਂ ਤੋਂ ਵੱਖਰਾ ਬਣਾਇਆ ਹੋਇਆ ਸੀ। ਹਾਲੇਲੂਇਆ। ਔਰ ਜਦੋਂ ਇਹ ਆਪਣੀ ਜਿਹੜੀ ਇਹਨੂੰ ਅਧਿਕਾਰ ਦਿੱਤਾ ਸੀ ਉਸ ਤੇ ਸੰਤੁਸ਼ਟ ਨਾ ਰਿਹਾ। ਹਾਲੇਲੂਇਆ। ਇਹ ਦੇਖਿਆ ਕਿ ਪਰਮੇਸ਼ਰ ਜਿਸ ਤਰ੍ਹਾਂ ਸਿਂਹਾਸਨ ਤੇ ਬੈਠਦਾ ਹੈ, ਮੈਂ ਖੜ ਕੇ ਉਹਦੀ ਆਰਾਧਨਾ ਕਰਦਾ, ਸਾਰੇ ਸਵਰਗਦੂਤ ਉਹਦੀ ਆਰਾਧਨਾ ਕਰਦੇ ਆ, ਮੈਂ ਵੀ ਪਰਮੇਸ਼ਰ ਨਾਲੋਂ ਉੱਚਾ ਸਿਂਹਾਸਨ ਰੱਖਾਂਗਾ और परमेश्वर ਦੇ ਵਰਗਾ ਬਣ ਜਾਵਾਂਗਾ। ਇਹ ਧਰਤੀ ਬਣ ਤੋਂ ਪਹਿਲਾਂ ਦੀ ਗੱਲ ਦੱਸ ਰਿਹਾ ਤੁਹਾਨੂੰ ਮੈਂ, ਕਿਵੇਂ ਸ਼ੈਤਾਨ ਆਇਆ ਵਾ। ਹਾਲੇਲੂਇਆ। ਸਵਰਗ ਦੀ ਗੱਲ ਕਰ ਰਿਹਾ ਕਿਉਂਕਿ ਸਵਰਗ ਦਾ ਪ੍ਰਾਣੀ ਸੀਗਾ। ਉਸਨੇ
ਆਪਣੇ ਦਿੱਤੇ ਹੋਏ ਅਧਿਕਾਰ ਵਿੱਚ ਸੰਤੁਸ਼ਟ ਨਹੀਂ ਰਿਹਾ। ਆਪਣੇ ਮਨ ਵਿੱਚ ਵਿਚਾਰਿਆ, ਉਹਨੇ ਬੋਲਿਆ ਨਹੀਂ ਆ, ਮਨ 'ਚ ਵਿਚਾਰਿਆ। ਤੁਹਾਨੂੰ ਪਤਾ ਹੈ ਜਿਹੜੇ ਆਤਮੇ ਹੁੰਦੇ ਆ ਉਹ ਤੋਬਾ ਨਹੀਂ ਕਰ ਸਕਦੇ। ਦੇਹਧਾਰੀ ਆਦਮੀ ਜਿਹੜੇ ਤੋਬਾ ਕਰ ਸਕਦੇ। ਇੱਕ ਵਾਰ ਇੱਕ ਆਤਮਿਕ ਪ੍ਰਾਣੀ ਦੇ ਅੰਦਰ, ਆਤਮਾ ਦੇ ਅੰਦਰ ਗਲਤ ਵਿਚਾਰ ਚਲੇ ਗਿਆ, ਉਹ ਕਦੇ ਨਹੀਂ ਨਿਕਲ ਸਕਦਾ। ਸਭ ਤੋਂ ਵੱਡੀ ਪ੍ਰੋਬਲਮ ਹੈ ਸ਼ੈਤਾਨ ਕਦੇ ਤੋਬਾ ਨਹੀਂ ਕਰ ਸਕਦਾ, ਕਦੇ ਮਨ ਨਹੀਂ ਫਿਰਾ ਸਕਦਾ, ਕਿਉਂਕਿ ਆਤਮਿਕ ਪ੍ਰਾਣੀ ਆ। ਉਹਨੇ ਜੋ ਆਪਣੇ ਮਨ ਵਿੱਚ ਪੁਜਾਇਆ ਉਹ ਗਲਤ ਪੁਜਾ ਲਿਆ। ਜਦੋਂ ਨੇ ਵਿਚਾਰਿਆ, ਪਰਮੇਸ਼ਰ ਨੂੰ ਪਤਾ ਲੱਗਾ, ਪਰਮੇਸ਼ਵਰ ਨੇ ਉਹਨੂੰ ਆਪਣੇ ਸਵਰਗ ਦੇ ਵਿੱਚੋਂ ਬਾਹਰ ਕੱਢ ਦਿੱਤਾ, ਕਿਉਂਕਿ ਸਵਰਗ ਦੇ ਵਿੱਚ ਕੋਈ ਘਮੰਡ ਵਾਲਾ ਰਹਿ ਨਹੀਂ ਸਕਦਾ। ਹਾਲੇਲੂਇਆ। ਪਰਮੇਸ਼ਰ ਜਿਹੜਾ ਹੈ ਉਹ ਸੱਚਾ ਹੈ ਤੇ ਉਹ ਨਿਆਈ ਆ। ਸਵਰਗ ਦੇ ਵਿੱਚ ਕੋਈ ਘਮੰਡੀ ਨਹੀਂ ਰਹਿ ਸਕਦਾ, ਨਾ ਉੱਥੇ ਕੋਈ ਚੋਰ ਰਹਿ ਸਕਦਾ। ਹਾਲੇਲੂਇਆ। ਪਰਮੇਸ਼ਰ ਨੇ ਸਵਰਗ ਚੋਂ ਬਾਹਰ ਕੱਢਤਾ। ਜਦੋਂ ਉਹਨੂੰ ਬਾਹਰ ਕੱਢ ਦਿੱਤਾ ਤਾਂ ਉਹਨੇ ਦੂਸਰੇ ਆਕਾਸ਼ ਵਿੱਚ ਆਪਣਾ ਡੇਰਾ ਲਾ ਲਿਆ। ਦੂਸਰੇ ਆਕਾਸ਼ 'ਚ ਹੋ ਗਿਆ, ਉੱਥੇ ਆਪਦਾ ਸਿੰਘਾਸਨ ਲਾ ਲਿਆ। ਜਿਹੜੇ ਸਵਰਗਦੂਤ ਨਾਲ ਸੱਟੇ ਸੀ ਉਹ ਚੇਲੇ ਆਪਣੇ ਬਣਾ ਲਏ। ਹੁਣ ਉਹ ਕੰਮ ਕਰਦੇ ਆ ਧਰਤੀ ਦੇ। ਹਾਲੇਲੂਇਆ। ਸਭ ਤੋਂ ਪਹਿਲਾ ਪਾਪ ਸਵਰਗ ਦੇ ਵਿੱਚ ਹੋਇਆ। ਹਾਲੇਲੂਇਆ। ਕਿਉਂਕਿ ਜਿਹੜਾ ਸ਼ੈਤਾਨ ਸੀਗਾ ਉਹਨੇ ਪਰਮੇਸ਼ਰ ਦੇ ਵਿਰੁੱਧ ਬਗਾਵਤ ਕੀਤੀ। ਆਪਣੇ ਆਪ ਨੂੰ ਪਰਮੇਸ਼ਰ ਦੀ ਤੁਲਨਾ ਦੇ ਬਰਾਬਰ ਸਮਝਿਆ, ਆਪਣੇ ਨੂੰ ਪਰਮੇਸ਼ਰ ਜਿਹਾ ਬਣਾਉਣ ਦੀ ਉਹਨੇ ਮਨ ਵਿੱਚ ਵਿਚਾਰਿਆ। ਇਸੇ ਲਈ ਉਹਨੂੰ ਬਾਹਰ ਕੱਢ ਦਿੱਤਾ ਗਿਆ ਸਵਰਗ ਦੇ ਵਿੱਚ। ਹਾਲੇਲੂਇਆ। ਕਿਉਂਕਿ ਸਵਰਗ ਕੀ ਆ? ਪਵਿੱਤਰ ਹੈ। ਆਪਾਂ ਵਚਨ ਪੜਿਆ, ਪਰਮੇਸ਼ਰ ਆਪਣੇ ਪਵਿੱਤਰ ਭਵਨ ਵਿੱਚ, ਉਹ ਪਵਿੱਤਰ ਹੈ। ਉੱਥੇ ਹੰਕਾਰ ਕਰਨ ਵਾਲਾ ਨਹੀਂ ਰਹਿ ਸਕਦਾ। ਉੱਥੇ ਜਿਹੜਾ ਆਪਣੇ ਆਪ ਨੂੰ ਉੱਚਾ ਕਰਦਾ ਹੈ, ਉੱਥੇ ਉਹ ਨਹੀਂ ਰਹਿ ਸਕਦਾ। ਹਾਲੇਲੂਇਆ। ਤਾਂ ਹੀ ਬਾਈਬਲ ਕਹਿੰਦੀ ਆ ਨਮਰ ਪਰਮੇਸ਼ਰ ਦੇ ਰਾਜ ਦੇ ਅਧਿਕਾਰੀ ਹੋਣਗੇ। ਬਾਈਬਲ ਕਹਿੰਦੀ ਆ ਧੰਨ ਨੇ ਜੋ ਗਰੀਬ ਨੇ, ਸਵਰਗ ਦਾ ਰਾਜ। ਉਹ ਸੰਸਾਰਿਕ ਗਰੀਬ ਦੀ ਗੱਲ ਨਹੀਂ ਕਰ ਰਿਹਾ, ਪੈਸੇ ਵੱਲੋਂ ਗਰੀਬ ਦੀ ਗੱਲ ਨਹੀਂ ਕਰ ਰਿਹਾ। ਜਿਹੜੇ ਦਿਲ ਦੇ ਗਰੀਬ ਨੇ, ਜਿਨ੍ਹਾਂ ਦਾ ਮਨ ਨਮਰ, ਜਿਹੜੇ ਦੀਨ ਹੈ, ਜਿਨ੍ਹਾਂ ਦੇ ਅੰਦਰ ਘਮੰਡ ਨਹੀਂ ਹੈ, ਜਿਨ੍ਹਾਂ ਦੇ ਅੰਦਰ ਈਰਖਾ, ਜੈਲਸੀ, ਨਫ਼ਰਤ ਨਹੀਂ ਆ, ਆਪਣੇ ਆਪ 'ਚ ਹਲੀਮ ਦੀਨ ਹੈ, ਉਹ ਸਵਰਗ ਦੇ ਵਾਰਿਸ ਹੋਣਗੇ। ਹਾਲੇਲੂਇਆ। ਹਾਲੇਲੂਇਆ। ਆਪਾਂ ਖੁਦਾ ਦੇ ਕਲਾਮ ਦੇ ਵਿੱਚ ਵੇਖਿਆ ਕਿ ਪਰਮੇਸ਼ਵਰ ਜਿਹੜਾ ਸਵਰਗ ਹੈ ਉਹ ਪਰਮੇਸ਼ਰ ਦਾ ਸਿੰਘਾਸਨ ਹੈ, ਪਰਮੇਸ਼ਰ ਦੀ ਰਹਿਣ ਦਾ ਸਥਾਨ ਹੈ। ਹਾਲੇਲੂਇਆ। ਸਵਰਗ ਇੱਕ ਅਜਿਹਾ ਸਥਾਨ ਹੈ ਜਿੱਥੇ ਸੁੱਖ, ਜਿੱਥੇ ਰੋਣਾ ਨਹੀਂ ਹੈ, ਜਿੱਥੇ ਪੀੜਾ ਨਹੀਂ ਹੈ, ਜਿੱਥੇ ਦੁੱਖ ਨਹੀਂ ਆ, ਜਿੱਥੇ ਕਸ਼ਟ ਨਹੀਂ ਆ, ਜਿੱਥੇ ਮੌਤ ਨਹੀਂ ਆ ਸਕਦੀ। ਹਾਲੇਲੂਇਆ। ਸਵਰਗ ਦਾ ਜਿਹੜਾ ਮਾਹੌਲ ਹੈ ਉਹ ਸਮੇਂ ਰੇਖਾ ਤੋਂ ਬਾਹਰ। ਤੁਹਾਨੂੰ ਪਤਾ ਹੈ ਜਦੋਂ ਪ੍ਰਭੂ ਦਾ ਦਾਸ ਮੂਸਾ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਗਿਆ, ਬਾਈਬਲ ਕਹਿੰਦੀ ਆ ਜਦੋਂ ਉਪਸਥਿਤੀ ਪਰਮੇਸ਼ਰ ਦੀ ਉਹ ਜਗ੍ਹਾ ਤੇ ਆ ਗਈ, ਪਰਮੇਸ਼ਰ ਸੈਨਾਈ ਪਹਾੜ ਤੇ ਉਤਰਿਆ, ਉਹਦੀ ਹਜ਼ੂਰੀ ਉੱਥੇ ਆਈ ਤੇ ਮੂਸਾ ਨੂੰ ਪਤਾ ਨਹੀਂ ਸੀ ਲੱਗਦਾ ਰਾਤ ਹੋ ਗਈ ਕਿ ਦਿਨ ਚੜ ਗਿਆ। ਕੋਈ ਖੁਦਾ ਦੇ ਕੇ ਦਿਨ ਦੀ ਸੀਮਾ ਰੇਖਾ ਨਹੀਂ ਹੈ। ਪ੍ਰਭੂ ਦੀ ਹਜ਼ੂਰੀ ਵਿੱਚ ਦਿਨ ਦੀ ਸੀਮਾ ਰੇਖਾ ਕੋਈ ਨਹੀਂ ਹੁੰਦੀ, ਉਹ ਸਮੇਂ ਤੋਂ ਅਲੱਗ। ਹਾਲੇਲੂਇਆ। ਸਵਰਗ ਦੇ ਵਿੱਚ ਕੋਈ ਘੰਟੇ, ਮਿੰਟ, ਦਿਨ, ਸਾਲ, ਬਰੇ ਨਹੀਂ ਹੈਗੇ। ਦਿਨ, ਸਾਲ, ਬਰੇ, ਮਹੀਨੇ, ਟਾਈਮ ਉਹ ਸਭ ਪ੍ਰਿਥਵੀ ਦੇ ਅੰਦਰ ਹੀ ਹੈ। ਹਾਲੇਲੂਇਆ। ਤਾਂ ਹੀ ਜਿਹੜੀ ਆਤਮਾ ਹੁੰਦੀ ਉਹ ਅਮਰ ਹੁੰਦੀ ਹੈ। ਇਸ ਸਰੀਰ ਦੀ ਬੁਨਿਆਦ ਹੈ, ਇੱਕ ਸਮਾਂ ਇਹਦਾ, ਇੱਕ ਦਿਨ ਖਤਮ ਹੋ ਜਾਂਦਾ ਹੈ, ਇਹਦਾ ਟਾਈਮ ਹੈ। ਹਾਲੇਲੂਇਆ। ਜੋ ਖੁਦਾ ਦੀ ਹਜ਼ੂਰੀ 'ਚ ਮੂਸਾ ਗਿਆ ਤਾਂ ਮੂਸਾ ਨੂੰ ਪਤਾ ਹੀ ਨਾ ਲੱਗਾ 40 ਦਿਨ ਕਦੋਂ ਹੋ ਗਏ ਆ, ਰਾਤ ਕਦੋਂ ਪਈ ਆ, ਦਿਨ ਕਦੋਂ ਚੜਿਆ। ਹਾਲੇਲੂਇਆ। ਪਰ ਜਿਹੜਾ ਨਾਲ ਗਿਆ ਸੀ ਯਹੋਸ਼ੂ ਨੂੰ ਸਾਰਾ ਪਤਾ ਲੱਗਦਾ ਸੀ, ਕਿਉਂਕਿ ਅੱਧ ਪਹਾੜ ਦੇ ਵਿੱਚ ਯਹੋਸ਼ੂ ਨੇ ਰੋਕਤਾ ਸੀ। ਪਰਮੇਸ਼ਰ ਕਹਿੰਦਾ ਯਹੋਸ਼ੂ ਨੂੰ ਨਾਲ ਨਹੀਂ ਲੈ ਕੇ ਨਾ, ਤੂੰ ਇਕੱਲਾ ਮੇਰੇ ਕੋਲੇ ਆ। ਬਿਨਾਂ 40 ਦਿਨ ਕੁਝ ਖਾਂਦੇ ਪੀਂਦੇ। ਹਾਲੇਲੂਇਆ। ਉਹ ਪ੍ਰਭੂ ਦੀ ਹਜ਼ੂਰੀ ਵਿੱਚ ਬੈਠਾ ਰਿਹਾ, ਉਹਦੀ ਉਪਸਥਿਤੀ ਦੇ ਵਿੱਚ ਦਿਨ ਰਾਤ ਨਹੀਂ। ਹਾਲੇਲੂਇਆ। ਪੜ੍ਹੀਏ ਮੱਤੀ 6 ਦਾ 9 ਵਚਨ। ਸੋ ਤੁਸੀਂ ਇਸ ਵਿਧੀ ਨਾਲ ਪ੍ਰਾਰਥਨਾ ਕਰੋ, ਹੈ ਸਾਡੇ ਪਿਤਾ ਜਿਹੜਾ ਸਵਰਗ ਵਿੱਚ ਹੈ। ਜਿਹੜਾ ਸਵਰਗ ਵਿੱਚ ਹੈ।
ਇਹਦਾ ਮਤਲਬ ਸਵਰਗ ਜਿਹੜਾ ਹੈ ਉਹ ਪਰਮੇਸ਼ਰ ਦਾ ਨਿਵਾਸ ਸਥਾਨ ਹੈ। ਰੱਬ ਹਾਲੇਲੂਇਆ। ਉਹ ਪਰਮੇਸ਼ਰ ਦੇ ਰਹਿਣ ਦੀ ਜਗ੍ਹਾ ਹੈ। ਉਹ ਪਰਮੇਸ਼ਰ ਦੀ ਹਜ਼ੂਰੀ ਸਵਰਗ ਦੇ ਵਿੱਚ ਹੈ। ਰੱਬ ਹਾਲੇਲੂਇਆ। ਪ੍ਰਕਾਸ਼ਿਤ ਵਾਕਿਆ 3:16 ਤੇ 17 ਵਚਨ। ਸਵਰਗ ਦਾ ਮਾਹੌਲ ਕੀ ਹੈ? ਸਵਰਗ ਦਾ ਜਿਹੜਾ ਉਥੋਂ ਦਾ ਵਾਤਾਵਰਨ ਕਿਵੇਂ ਦਾ ਹੈ? ਕੱਢੀਏ। सो तू सिलगरम जो है ना तख्ता ਪ੍ਰਕਾਸ਼ਿਤ ਵਾਕਿਆ 7:16। ਉਹ ਫੇਰ ਭੁੱਖੇ ਨਾ ਹੋਣਗੇ ਨਾ ਫੇਰ ਧਿਆਏ ਹੋਣਗੇ ਹਾਂਜੀ ਨਾ ਧੁੱਪ ਨਾ ਕੋਈ ਲੂ ਉਹਨਾਂ ਉੱਤੇ ਪਵੇਗੀ ਕਿਉਂ ਜੋ ਲੀਲਾ ਜਿਹੜਾ ਸਿੰਘਾਸਨ ਦੇ ਵਿਚਕਾਰ ਹੈ ਉਹਦਾ ਯਾਲੀ ਹੋਵੇਗਾ ਅਤੇ ਉਹਨਾਂ ਨੂੰ ਅੰਮ੍ਰਿਤ ਜਲ ਦੀਆਂ ਸੋਤਿਆਂ ਕੋਲ ਲੈ ਜਾਵੇਗਾ ਅਤੇ ਪਰਮੇਸ਼ਰ ਉਹਨਾਂ ਦੀ ਅੱਖੀਆਂ ਤੋਂ ਹਰੀ ਕੰਜੂ ਪੂੰਝੇਗਾ। ਆਮੀਨ। ਸਭ ਲੋਕ ਹਾਲੇਲੂਇਆ। ਹਾਲੇਲੂਇਆ। ਸਵਰਗ ਦੇ ਵਿੱਚ ਭੁੱਖ ਨਹੀਂ ਲੱਗੇਗੀ ਵਿਅਕਤੀ ਨੂੰ। ਸਭ ਲੋਕ ਹਾਲੇਲੂਇਆ। ਹਾਲੇਲੂਇਆ। ਉੱਥੇ ਪਿਆਸ ਨਹੀਂ ਹੋਏਗੀ ਔਰ ਨਾ ਹੀ ਉੱਥੇ ਧੁੱਪ ਹੋਏਗੀ ਜਿਹਦੇ ਕਾਰਨ ਗਰਮੀ ਲੱਗੇ। ਜਿਵੇਂ ਧਰਤੀ ਦਾ ਮਾਹੌਲ ਦੇਖਦੇ ਹਾਂ, ਜੂਨ ਜੁਲਾਈ ਮਹੀਨਾ ਆਏਗਾ ਬੇਹੱਦ ਗਰਮੀ ਹੋਏਗੀ। ਸਭ ਲੋਕ ਹਾਲੇਲੂਇਆ। ਔਰ ਗਰਮੀ ਦੇ ਕਾਰਨ ਕਈ ਸਕਿਨ ਪ੍ਰੋਬਲਮ ਹੋ ਜਾਂਦੀ ਹੈ, ਬੇਚੈਨੀ ਹੁੰਦੀ ਹੈ ਗਰਮੀ ਦੇ ਕਾਰਨ। ਧੁੱਪ ਜਿਹੜੀ ਆ ਬਦਨ ਨੂੰ ਸਾੜਦੀ ਹੈ। ਰੱਬ ਹਾਲੇਲੂਇਆ। ਪਰ ਸਵਰਗ ਦੇ ਵਿੱਚ ਵੇ ਫਿਰ ਭੁੱਖੇ ਔਰ ਪਿਆਸੇ ਨਾ ਹੋਣਗੇ। ਉੱਥੇ ਭੁੱਖ ਨਹੀਂ ਹੋਏਗੀ, ਉੱਥੇ ਪਿਆਸ ਨਹੀਂ ਹੋਏਗੀ। ਧਰਤੀ ਤੇ ਭੁੱਖ ਵੀ ਆ, ਪਿਆਸ ਵੀ। ਇੱਥੇ ਪਾਣੀ ਪੀਂਦੇ ਆ, ਗਰਮੀ 'ਚ ਬਹੁਤ ਪਿਆਸ ਲੱਗਦੀ, ਬਾਰ-ਬਾਰ ਪਾਣੀ ਪੀਂਦੇ, ਕੋਲਡ ਡਰਿੰਕ ਪੀਂਦੇ ਆ, ਨਿੰਬੂ ਪਾਣੀ ਪੀਂਦੇ ਆ, ਸਰੀਰ ਨੂੰ ਠੰਡਾ ਰੱਖਣ ਦੇ ਲਈ। ਰੱਬ ਹਾਲੇਲੂਇਆ। ਖਾਣਾ ਖਾਣੇ ਆ ਫਿਰ ਭੁੱਖ ਲੱਗ ਜਾਂਦੀ ਹੈ, ਰਾਤ ਨੂੰ ਖਾਣੇ ਆ ਤੜਕੇ ਫਿਰ ਭੁੱਖ ਲੱਗ ਜਾਂਦੀ ਹੈ। ਰੱਬ ਹਾਲੇਲੂਇਆ। ਪਰ ਸਵਰਗ ਦੇ ਵਿੱਚ ਇਦਾਂ ਦਾ ਮਾਹੌਲ ਨਹੀਂ। ਰੱਬ ਹਾਲੇਲੂਇਆ। ਇੱਥੇ ਆਪਾਂ ਖਾਣੇ ਪੀਣੇ 2 ਨੰਬਰ ਜਾਣਾ ਪੈਂਦਾ, ਪਰ ਸਵਰਗ ਦੇ ਵਿੱਚ ਇਹ ਸਿਸਟਮ ਨਹੀਂ ਹੋਏਗਾ। ਇੱਕ ਵਿਅਕਤੀ ਨੂੰ ਪੁੱਛਦਾ, ਪਾਸਟਰ ਜੀ ਆਪਾਂ ਸਵਰਗ ਚਲੇ ਗਏ, ਉੱਥੇ ਆਪਾਂ ਜੀਵਨ ਦਾ ਫਲ ਖਾਵਾਂਗੇ ਤੇ ਫਿਰ 2 ਨੰਬਰ ਕਿੱਥੇ ਜਾਇਆ ਕਰਾਂਗੇ? ਰੱਬ ਹਾਲੇਲੂਇਆ। ਨਹੀਂ, ਉੱਥੇ ਇਹ ਸਿਸਟਮ ਨਹੀਂ ਹੋਏਗਾ। ਪਰਮੇਸ਼ਵਰ ਨੇ ਇਨਸਾਨ ਦਾ ਪੂਰਾ ਸਿਸਟਮ ਚੇਂਜ ਕਰ ਦੇਣਾ ਹੈ। ਜਦੋਂ ਨੇ ਵਿਅਕਤੀ ਨੂੰ ਧਰਤੀ ਤੋਂ ਲੈ ਕੇ ਜਾਣਾ ਹੈ ਨਾ, ਤਾਂ ਸਭ ਤੋਂ ਪਹਿਲਾਂ ਲਹੂ ਤੇ ਮਾਸ ਨੂੰ ਚੇਂਜ ਕੀਤਾ ਜਾਊਗਾ, ਜਿਹਦੇ ਕਾਰਨ ਇਹ ਸਭ ਪ੍ਰੋਬਲਮ ਹੁੰਦੀ ਹੈ। ਆਦਮ ਨੂੰ ਇਹ ਪ੍ਰੋਬਲਮ ਨਹੀਂ ਸੀ ਜਦੋਂ ਬਣਾਇਆ ਗਿਆ ਸੀ। ਰੱਬ ਹਾਲੇਲੂਇਆ। ਜਿਸ ਦਿਨ ਆਦਮ ਰਚਿਆ ਗਿਆ ਸੀ ਨਾ, ਉਸ ਦਿਨ ਉਹਦੇ ਪ੍ਰੋਬਲਮ ਨਹੀਂ ਸੀ। ਉਹ ਪ੍ਰੋਬਲਮ ਆਈ ਕਦੋਂ? ਜਦੋਂ ਆਗਿਆ ਨੂੰ ਤੋੜਿਆ। ਜਦੋਂ ਭਲੇ ਤੇ ਬੁਰੇ ਦੀ ਸਿਆਣ ਦੇ ਬ੍ਰਿਸ਼ ਤੋਂ ਫਲ ਖਾਦਾ, ਉਦੋਂ ਉਹਦਾ ਗਿਆਨ ਇੰਦਰੀਆਂ ਕੰਮ ਕਰਨ ਲੱਗ ਪਈਆਂ। ਫਿਰ ਉਹਨੂੰ ਪ੍ਰੋਬਲਮ ਆਈ। ਆਪਾਂ ਨੂੰ ਤਾਂ ਪ੍ਰੋਬਲਮ ਆਈ ਕਿਉਂਕਿ ਆਪਾਂ ਗਾਂਵ ਦੀ ਅੰਸ਼ ਦੇ ਵਿੱਚੋਂ। ਪਰ ਜਦੋਂ ਅਸੀਂ ਯਿਸੂ ਮਸੀਹ ਵਰਗੇ ਹੋ ਜਾਵਾਂਗੇ, ਜੇ ਯਿਸੂ ਮਸੀਹ ਸਾਡੀ ਦੇਹ ਨੂੰ ਬਦਲੇਗਾ, ਤਾਂ ਇਹ ਸਾਰਾ ਸਿਸਟਮ ਚੇਂਜ ਕਰੇਗਾ। ਰੱਬ ਹਾਲੇਲੂਇਆ। ਹਾਲੇਲੂਇਆ। ਉੱਥੇ ਖਾਓ ਚਾਹੇ ਨਾ ਖਾਓ, ਪੀਓ ਚਾਹੇ ਨਾ ਪੀਓ, ਪਿਆਸ ਨਹੀਂ ਆ, ਖਾ ਲਓਗੇ ਤਾਂ ਨਾ ਤਾਂ ਪੇਟ ਭਰਨਾ ਇਹਦੇ ਨਾਲ, ਟੇਸਟ ਆ ਸਕਦਾ। ਰੱਬ ਹਾਲੇਲੂਇਆ। ਟੇਸਟ ਆ ਸਕਦਾ ਹੈ ਤੁਹਾਨੂੰ, ਪੇਟ ਨਹੀਂ ਭਰਦਾ ਕਿਉਂਕਿ ਭੁੱਖ ਲੱਗਦੀ ਨਹੀਂ ਆ। ਪੇਟ ਭਰਦਾ ਕਦੋਂ ਹੈ? ਬੜਾ ਭੁੱਖ ਲੱਗੀ ਆ, 7-8 ਫੁਲਕੇ ਖਾਦੇ ਵੀ ਹੁਣ ਪੇਟ ਭਰ ਗਿਆ, ਪਰ ਉੱਥੇ ਤਾਂ ਭੁੱਖ ਹੈ ਹੀ ਨਹੀਂ। ਰੱਬ ਹਾਲੇਲੂਇਆ। ना ही प्यास है और उन पर धूप ना कोई तपन पड़ेगी। उथे सूरज नहीं है, इथे सूरज की गर्मी साड़दी है। कईयां दा धुप लग लग रंग ही काला कर दिंदा सूरज। हालेलुया। पर स्वर्ग दे विच इह सिस्टम नहीं है। देखो कितना वधिया माहौल होएगा। हालेलुया। कई तो दुआई करते हैं, प्रभु जी ठंड ही रहे, धुप ना आवे। जून ते जुलाई का महीना बहुत गर्म है। हालेलुया। सोच के देखो स्वर्ग में कितनी शांति है। उत्थे सूरज नहीं होएगा। तुम सोचोगे सूरज नहीं, फिर रोशनी कित्थों होएगी?
ਬਾਈਬਲ ਕਹਿੰਦੀ ਆ ਪਰਮੇਸ਼ਰ ਦਾ ਮੂੰਹ ਉੱਥੇ ਪ੍ਰਕਾਸ਼ ਕਰਦਾ ਹੈ। ਹਾਲੇਲੂਇਆ। ਹਾਲੇਲੂਇਆ। ਉੱਥੇ ਸਾਨੂੰ ਦੀਵੇ ਜਲਾਉਣ ਦੀ ਲੋੜ ਨਹੀਂ ਆ, ਮੋਮਬੱਤੀਆਂ ਲਾਉਣ ਦੀ ਲੋੜ ਨਹੀਂ ਆ, ਲਾਈਟਾਂ ਲਾਉਣ ਦੀ ਲੋੜ ਨਹੀਂ ਆ, ਚੰਦਰਮੇ ਦੀ ਲੋੜ ਨਹੀਂ ਆ, ਸੂਰਜ ਦੀ ਲੋੜ ਨਹੀਂ ਆ। ਉੱਥੇ ਪਰਮੇਸ਼ਰ ਦਾ ਮੂੰਹ ਪ੍ਰਕਾਸ਼ ਕਰੇਗਾ। ਬਾਈਬਲ ਕਹਿੰਦੀ ਆ ਕੌਮਾਂ ਉਹਦੇ ਮੂੰਹ ਦੇ ਪ੍ਰਕਾਸ਼ ਦੇ ਵਿੱਚ ਚੱਲਣਗੀਆਂ। ਸਵਰਗ ਦਾ ਮਾਹੌਲ ਵੱਖਰਾ ਹੈ। ਹਾਲੇਲੂਇਆ। ਹਾਲੇਲੂਇਆ। ਇੱਥੇ ਆਪਾਂ ਲਾਈਟ ਜਲਾਉਂਦੇ ਆ, ਬਿੱਲ ਆ ਜਾਂਦਾ ਹੈ, ਉੱਥੇ ਕੋਈ ਬਿੱਲ ਨਹੀਂ ਹੋਏਗਾ, ਚਿੰਤਾ ਨਹੀਂ ਹੋਏਗੀ, ਨਾ ਪਕਾਉਣ ਦੀ ਨਾ ਖਾਣ ਦੀ। ਹਾਲੇਲੂਇਆ। ਹਾਲੇਲੂਇਆ। ਇੱਥੇ ਵਿਅਕਤੀ ਤੜਕੇ ਖਾਂਦਾ ਹੈ, ਸ਼ਾਮ ਨੂੰ ਫਿਰ ਫਿਕਰ ਪੈਂਦਾ ਖਾਣਾ ਖਾਣਾ ਹੈ। ਲੇਡੀਜ਼ ਤੜਕੇ ਆਟਾ ਗੁੰਨਦੀ ਹੈ, ਰਾਤ ਨੂੰ ਫਿਰ ਗੁੰਨਦੀ ਹੈ ਵੀ ਰਾਤ ਨੂੰ ਵੀ ਖਾਣਾ ਬਣਾ ਕੇ ਦੇਣਾ ਹੈ। ਇਹ ਸਿਸਟਮ ਚੇਂਜ ਹੋ ਜਾਏਗਾ। ਬੜਾ ਸ਼ਾਂਤੀਦਾਇਕ ਮਾਹੌਲ ਹੈ। ਹਾਲੇਲੂਇਆ। ਤੁਹਾਨੂੰ ਪਤਾ ਹੈ ਪਰਮੇਸ਼ਵਰ ਜਿਹੜੇ ਲੋਕ ਸਵਰਗ ਜਾਣਗੇ ਉਹਨਾਂ ਦਾ ਨਾਮ ਚੇਂਜ ਕਰ ਦੇਗਾ। ਜਿਵੇਂ ਇੱਕ ਲੜਕੀ ਦੇ ਜਦੋਂ ਮੈਰਿਜ ਹੁੰਦੀ ਹੈ, ਮਾਂ ਪਿਓ ਨੇ ਕੋਈ ਹੋਰ ਨਾਮ ਰੱਖਿਆ ਹੁੰਦਾ ਹੈ, ਜੋ ਸਹੁਰੇ ਪਰਿਵਾਰ ਚੋਂ ਚਲੇ ਜਾਂਦੀ ਹੈ ਉਹਦਾ ਨਾਮ ਚੇਂਜ ਕਰ ਦਿੰਦੇ ਨੇ। ਐਵੇਂ ਜਦੋਂ ਧਰਤੀ ਤੋਂ ਕਲੀਸਿਆ ਜਾਏਗੀ, ਯੀਸ਼ੂ ਮਸੀਹ ਆਪਣੀ ਦੁਲਹਨ ਨੂੰ ਲੈ ਜਾਏਗਾ। ਬਾਈਬਲ ਕਹਿੰਦੀ ਆ ਹਰੇਕ ਨੂੰ ਚਿੱਟਾ ਪੱਥਰ ਦਿੱਤਾ ਜਾਏਗਾ, ਉਹ ਚਿੱਟੇ ਪੱਥਰ ਉੱਤੇ ਉਹਦਾ ਨਾਮ ਲਿਖਿਆ ਹੋਏਗਾ। ਜਿਹਨੂੰ ਲੈਣ ਵਾਲਾ ਜਾਣਦਾ ਹੈ ਤਾਂ ਯਿਸੂ ਜਾਣਦਾ। ਨਾਮ ਚੇਂਜ ਹੋ ਜਾਏਗਾ। ਉਹ ਨਾਮ ਤੁਹਾਨੂੰ ਪਤਾ ਹੋਏਗਾ ਤੁਹਾਡਾ ਨਾਮ ਕੀ ਹੈ, ਯਿਸੂ ਨੂੰ ਪਤਾ ਹੋਏਗਾ। ਹਾਲੇਲੂਇਆ। ਹਾਲੇਲੂਇਆ। ਜਿਹਦਾ ਸਵਰਗ ਵਿੱਚ ਕਨਫਿਊਜ਼ਨ ਹੋ ਜਾਏਗੀ। ਉੱਥੇ ਰਾਜਪਾਲ ਬਹੁਤ ਹੋਣਗੇ, ਪ੍ਰਭੂ ਰਾਜਪਾਲ ਨੂੰ ਬੁਲਾਏਗਾ ਤੇ ਬਾਬਾ ਹਰੇ ਖੜ ਜਾਣਗੇ ਜੀ ਹਾਂਜੀ। ਇਸੇ ਲਈ ਪ੍ਰਭੂ ਕੀ ਕਰੇਗਾ, ਨਾਮ ਚੇਂਜ ਕਰੇਗਾ। ਹਰ ਇੱਕ ਵਿਅਕਤੀ ਦਾ ਆਪਣਾ ਨਾਮ ਹੋਏਗਾ। ਧਰਤੀ ਤੇ ਰੱਖ ਦਿੰਦੇ ਨਾ, ਮੇਰਾ ਨਾਮ ਤਰਸੇਮ ਆ, 4.5 ਜਾ ਪਿੰਡ ਚ ਤਰਸੇਮ। ਪਰ ਸਵਰਗ ਦੇ ਵਿੱਚ ਜਿਹੜਾ ਤੁਹਾਡਾ ਨਾਮ ਹੋਏਗਾ ਉੱਥੇ ਦੂਸਰੇ ਕਿਸੇ ਦਾ ਨਹੀਂ ਹੋਏਗਾ। ਇਹ ਸਵਰਗ ਦੀ ਵਿਸ਼ੇਸ਼ਤਾ ਹੈ। ਹਾਲੇਲੂਇਆ। ਹਾਲੇਲੂਇਆ। ਸਵਰਗ ਦੇ ਵਿੱਚ ਧੁੱਪ ਨਹੀਂ ਹੋਏਗੀ, ਉੱਥੇ ਭੁੱਖ ਨਹੀਂ ਹੋਏਗੀ, ਉੱਥੇ ਤਪਨ ਨਹੀਂ ਹੋਏਗੀ। हालेलुया। और सब तो बड़ी गल, और परमेश्वर की आंखों से सब आंसू पोंछ डालेगा। सारे आंसू, सारे कष्ट भुल जाने आ, सारे दुख भुल जाने आ। हालेलुया। ਉੱਥੇ ਤੁਹਾਨੂੰ ਰੋਣਾ ਨਹੀਂ ਆਏਗਾ। ਤੁਸੀਂ ਪੁੱਛੋਗੇ ਕਿਉਂ ਪਾਸਟਰ ਤੇ ਰੋਣਾ ਕਿਉਂ ਨਹੀਂ ਆਏਗਾ? ਫਿਰ ਉਸ ਵਰਗੀ ਕਾਹਦਾ ਹੈ ਜੇ ਆਪ ਉੱਥੇ ਵੀ ਜਾ ਕੇ ਰੋਂਦੇ ਰਹੇ। ਸਿਸਟਮ ਚੇਂਜ ਕਰ ਦੇਗਾ। ਧਰਤੀ ਦੀਆਂ ਯਾਦਾਂ ਨਹੀਂ ਆਉਣਗੀਆਂ ਤੁਹਾਨੂੰ, ਧਰਤੀ ਦੇ ਕਸ਼ਟ ਚੇਤੇ ਨਹੀਂ ਆਉਣਗੇ। ਹਾਲੇਲੂਇਆ। ਜਿਹੜੇ ਰਿਸ਼ਤੇਦਾਰ ਪ੍ਰਭੂ ਜੀ ਚਲੇ ਗਏ ਉਹ ਤਾਂ ਸਵਰਗ ਚਲੇ ਗਏ, ਜਿਹੜੇ ਨਹੀਂ ਗਏ ਉਹ ਤਾਂ ਉੱਥੇ ਚਲੇ ਗਏ ਨਰਕ ਦੇ ਵਿੱਚ। ਤੁਸੀਂ ਰੋਈ ਜਾਓਗੇ ਸਾਡਾ ਫਲਾਣਾ ਰਿਸ਼ਤੇਦਾਰ। ਸਭ ਕੁਝ ਚੇਂਜ ਕਰੇਗਾ, ਮਾਈਂਡ ਨੂੰ ਚੇਂਜ ਕਰ ਦੇਗਾ। ਹਾਲੇਲੂਇਆ। ਕਿਉਂਕਿ ਤਾਂ ਹੀ ਉਹ ਸਵਰਗ ਹੈ ਨਾ, ਸ਼ਾਂਤੀ ਵਾਲੀ ਜਗ੍ਹਾ ਤਾਂ ਹੀ ਹੈ ਨਾ, ਫਿਰ ਸੁੱਖ ਵਾਲੀ ਜਗ੍ਹਾ ਤਾਂ ਹੀ ਹੈ ਨਾ। ਫਿਰ ਉੱਥੇ ਰੋਣਾ ਨਹੀਂ ਹੈ। ਬੰਦਾ ਰੋਂਦਾ ਕਿਹੜੀ ਗੱਲੋਂ ਹੈ? ਜਾਂ ਦਰਦ ਹੁੰਦੀ ਹੋਵੇ, ਜਾਂ ਕੋਈ ਰਿਸ਼ਤੇਦਾਰ ਦੀ ਡੈਥ ਹੋ ਗਈ ਹੋਵੇ। ਹਾਲੇਲੂਇਆ। ਕਿਸੇ ਪਰੇਸ਼ਾਨੀ ਦੇ ਕਾਰਨ ਵਿਅਕਤੀ ਰੋਂਦਾ ਹੈ, ਪਰ ਇਹ ਸਾਰੀਆਂ ਚੀਜ਼ਾਂ ਨੂੰ ਮੇਰਾ ਯਿਸੂ ਬਦਲ ਦੇਗਾ। ਹਾਲੇਲੂਇਆ। ਕਲਾਮ ਕਹਿੰਦਾ ਹੈ ਜਿਹੜਾ ਆਦਮ ਦੇ ਉੱਪਰ ਸਰਾਪ ਸੀਗਾ ਉਹ ਹਮੇਸ਼ਾ ਲਈ ਬਦਲ ਦਿੱਤਾ ਜਾਏਗਾ, ਉਹਦਾ ਸਰਾਪ ਖਤਮ ਕੀਤਾ ਜਾਏਗਾ। ਹਾਲੇਲੂਇਆ। ਕਲਾਮ ਕਹਿੰਦਾ ਹੈ ਦੇਖ ਮੈਂ ਸਭ ਕੁਝ ਨਵਾਂ ਬਣਾਉਂਦਾ, ਨਵਾਂ ਹੋ ਜਾਏਗਾ ਸਾਰਾ ਕੁਝ। ਸ਼ਾਂਤੀ ਹੀ ਸ਼ਾਂਤੀ। ਤੁਹਾਨੂੰ ਪਤਾ ਹੈ ਧਰਤੀ ਤੇ ਆਪਾਂ ਗਾਰਡਨ ਦੇਖਦੇ ਹਾਂ ਨਾ। ਹਾਲੇਲੂਇਆ। ਧਰਤੀ ਤੇ ਜਦੋਂ ਆਪਾਂ ਗਾਰਡਨ ਦੇਖਦੇ ਹਾਂ ਨਾ, ਹਰਿਆਲੀ ਹਰਿਆਲੀ, ਕਿੰਨਾ ਸੋਹਣਾ ਲੱਗਦਾ। ਇਹ ਕੁਝ ਵੀ ਨਹੀਂ ਹੈ ਸਵਰਗ ਦੇ, 1% ਵੀ ਨਹੀਂ ਹੈ ਸਵਰਗ ਦੇ। ਹਾਲੇਲੂਇਆ। ਸਵਰਗ ਦੇ ਵਿੱਚ ਜਿਹੜੀ ਹਰ ਇੱਕ ਚੀਜ਼ ਹੋਏਗੀ ਉਹਦੇ ਵਿੱਚ ਜੀਵਨ ਹੋਏਗਾ। ਹਾਲੇਲੂਇਆ। ਸਵਰਗ ਦੇ ਵਿੱਚ ਜਿੰਨੀਆਂ ਵੀ ਚੀਜ਼ਾਂ ਨਾ ਸਾਰੀਆਂ 'ਚ ਜੀਵਨ ਹੈ। ਹਾਲੇਲੂਇਆ। ਉੱਥੇ ਮੌਤ ਨਹੀਂ ਹੈ। ਇੱਕ ਵਚਨ ਹੋਰ ਪੜ੍ਹੀਏ, 22 ਦੇ ਆਏ ਪ੍ਰਕਾਸ਼ਿਤ ਵਾਕਿਆ 22 ਦਾ 3 वचन। फिर श्राप ना होगा। हाँ जी। और परमेश्वर और मेमने का सिंहासन उस नगर में होगा। हाँ जी। और उसके दास उसकी सेवा करेंगे। हाँ जी। वह उसका मुंह देखेंगे और उसका नाम उनके माथे पर लिखा हुआ होगा। हाँ जी। और फिर रात ना होगी। हाँ जी। और उन्हें दीपक और सूर्य के उजाले की आवश्यकता ना होगी। हाँ जी। क्योंकि प्रभु परमेश्वर उन्हें उजाला देगा और वह युगों न युग राज्य करेंगे। आमीन। केड़ा राज्य करनगे? आह वाला राज्य नहीं, 5 साल वाला राज्य नहीं सानू मिलदा। युगान युग
ਜਿਹੜਾ ਰਹੇਗਾ ਉਹ ਰਾਜ ਸਾਨੂੰ ਮਿਲਣਾ ਹੈ। ਆਪਾਂ ਇਸ ਰਾਜ ਦੇ ਲਈ ਝੂਠ ਬੋਲਦੇ ਹਾਂ, ਇਸ ਰਾਜ ਨੂੰ ਪ੍ਰਾਪਤ ਕਰਨ ਦੇ ਲਈ ਅਭਿਲਾਸ਼ਾ ਰੱਖਦੇ ਹਾਂ, ਇਸ ਰਾਜ ਨੂੰ ਪ੍ਰਾਪਤ ਕਰਨ ਦੇ ਲਈ ਅਸੀਂ ਬਹੁਤ ਕੁਝ ਗਲਤ ਕਰਦੇ ਹਾਂ, ਪਰ ਸਾਨੂੰ ਜਿਹੜਾ ਰਾਜ ਮਿਲਣਾ ਹੈ ਸਦਾ ਸਦਾ ਦਾ ਰਾਜ ਹੋਏਗਾ, ਉਹਦੀ ਐਕਸਪਾਇਰੀ ਡੇਟ ਨਹੀਂ ਹੈ। ਤਬ ਹਾਲੇਲੂਇਆ। ਫਿਰ ਸ਼ਰਾਪ ਨਾ ਹੋਗਾ। ਆਦਮ ਨੂੰ ਜਿਹੜਾ ਸ਼ਰਾਪ ਲੱਗਾ ਸੀਗਾ, ਪਰਮੇਸ਼ਰ ਉਸ ਸ਼ਰਾਪ ਨੂੰ ਸਦਾ ਸਦਾ ਲਈ ਖਤਮ ਕਰ ਦੇਗਾ। ਉਸ ਸ਼ਰਾਪ ਦੇ ਕਾਰਨ ਹੀ ਅੱਜ ਬੰਦਾ ਮਰਦਾ ਗਾ। ਉਹਨੇ ਕਿਹਾ ਆਦਮ ਜੇ ਤੂੰ ਮੇਰੀ ਗੱਲ ਨਾ ਮੰਨੀ ਤੇ ਤੂੰ ਮਰ ਜਾਏਂਗਾ। ਤਬ ਹਾਲੇਲੂਇਆ। ਕਹਿੰਦਾ ਤੂੰ ਆਪਣੀ ਮਿਹਨਤ ਕਰਕੇ ਪਸੀਨੇ ਦੀ ਰੋਟੀ ਖਾਏਗਾ। खुदा ने श्राप को खत्म कर देना और परमेश्वर और मेमने का सिंहासन उनमें होगा। और परमेश्वर का सिंहासन और केड़ा सिंहासन? मेमना कौन है? हालेलुया। परमेश्वर का सिंहासन भी हैगा ते मेमने दा भी। हालेलुया। कई लोग कुछ मिशना है जेड़े कल्ले यीशु ਨੂੰ ही ਮੰਨਦੇ ਆ, कहते पिता नहीं है, पिता ही यीशु है, ते यीशु ही पुत्र है, ते यीशु ही पवित्र आत्मा है। नहीं, त्रिएक है परमेश्वर, एक का पर तीन व्यक्तिता भी होती है। हालेलुया। पिता ने पुत्र ਨੂੰ ਭੇਜਿਆ, ਪਿਤਾ ਨੇ ਕਿਹਨੂੰ ਭੇਜਿਆ? ਪੁੱਤਰ ਨੂੰ ਭੇਜਿਆ ਜੋ ਸਾਡੇ ਪਾਪਾਂ ਲਈ ਮਾਰਿਆ ਗਿਆ, ਕੋਹਿਆ ਗਿਆ, ਮੌਤ ਤੇ ਜੈ ਪਾਈ ਔਰ ਪਿਤਾ ਦੇ ਸੱਜੇ ਹੱਥ ਬੈਠਾ। ਕਿੱਥੇ ਬੈਠਾ? ਯਿਸੂ ਨੇ ਕੀ ਕਿਹਾ? ਜਿਵੇਂ ਮੈਂ ਪਿਤਾ ਦੇ ਸੱਜੇ ਹੱਥ ਸਿੰਘਾਸਨ ਤੇ ਬੈਠਾ ਹਾਂ। ਇੱਥੇ ਹੁਣ ਸਿੰਘਾਸਨ ਦਾ ਹੁਣ ਇੱਕ ਸਿੰਘਾਸਨ ਤੇ ਦੋ ਬੰਦੇ ਬੈਠ ਸਕਦੇ ਆ? ਨਹੀਂ। ਇਹਦਾ ਮਤਲਬ ਯਿਸੂ ਮਸੀਹ ਕਹਿੰਦਾ ਪਰਮੇਸ਼ਰ ਦਾ ਸਿੰਘਾਸਨ ਤੇ ਮੇਮਣੇ ਦਾ ਸਿੰਘਾਸਨ, ਦੋ ਸਿੰਘਾਸਨ ਹੈ। हालेलुया। परमेश्वर का सिंहासन और मेमने का सिंहासन उस नगर में होगा और उसके दास उसकी सेवा करेंगे, वह उसका मुंह देखेंगे। ਅਸੀਂ ਯਿਸੂ ਦਾ ਮੂੰਹ ਦੇਖਾਂਗੇ। ਹਾਲੇਲੂਇਆ। ਪੌਲਸ ਕਹਿੰਦਾ ਅੱਜ ਦਾ ਧੁੰਦਲਾ ਧੁੰਦਲਾ ਦੇਖਦੇ ਆ, ਫਿਰ ਉਸ ਵਕਤ ਰੂਬਰੂ ਦੇਖਾਂਗੇ, ਜਿਵੇਂ ਦਾ ਯਿਸੂ ਹੈ ਉਵੇਂ ਦਾ ਹੀ ਉਹਨੂੰ ਵੇਖਾਂਗੇ। ਕਿਉਂਕਿ ਯਿਸੂ ਮਸੀਹ ਮਹਿਮਾ ਵਾਲੀ ਦੇਹ ਚ ਹੈ। ਹੁਣ ਜੇਕਰ ਤੁਸੀਂ ਮੈਨੂੰ ਹੁਣ ਦੇਖ ਲਿਆ, ਜੇ 70 ਸਾਲ ਬਾਅਦ ਦੇਖੋਗੇ ਤਾਂ ਫਿਰ ਚੇਂਜ ਹੋ ਜਾਏਗਾ, ਬਾਲ ਚਿੱਟੇ ਹੋ ਜਾਣਗੇ, ਚਿਹਰੇ ਤੇ ਝੁਰੜੀਆਂ ਆ ਜਾਣਗੀਆਂ, ਬਜ਼ੁਰਗ ਹੋ ਜਾਏਗਾ। ਪਰ ਯਿਸੂ ਜਿਵੇਂ ਦਾ ਹੈਗਾ ਉਹ ਉਵੇਂ ਦਾ ਹੀ ਹੈ। ਯਿਸੂ ਜਿਵੇਂ ਦਾ ਮੁਰਦਿਆਂ ਚੋਂ ਜੀ ਉੱਠਿਆ ਸੀਗਾ, ਜਿਵੇਂ ਦਾ ਚੇਲਿਆਂ ਦੇ ਨਾਲ ਰਿਹਾ ਸੀਗਾ, ਅੱਜ ਵੀ ਉਵੇਂ ਦਾ ਹੈ। ਤੇ ਜਿੱਦਣ ਕਲੀਸਿਆ ਨੂੰ ਦੇਖੇਗੀ ਉਹ ਉਵੇਂ ਦਾ ਹੀ ਹੋਏਗਾ। हालेलुया। वो बदलेगा नहीं, वो बदलता नहीं। और वह उसका मुंह देखेंगे और उसका नाम उनके माथे पर लिखा होगा और फिर रात ना होगी। रात चक्कर खत्म हो जाएगा। स्वर्ग में रात नहीं है। चोर कदों आंदा है? चोर रात ਨੂੰ ਆਉਂਦਾ, ਉੱਥੇ ਚੋਰ ਜਾਏਗਾ ਨਹੀਂ। ਯਿਸੂ ਨੇ ਕੀ ਕਿਹਾ? ਆਪਣਾ ਧਨ ਸਵਰਗ 'ਚ ਜਮਾ ਕਰ। ਨਾ ਤਾਂ ਚੋਰ ਆਉਂਦਾ ਹੈ, ਨਾ ਕੀੜਾ ਲੱਗਦਾ ਹੈ, ਤੇ ਨਾ ਜੰਗਲ ਲੱਗਦਾ। ਜਿੱਥੇ ਤੇਰਾ ਧਨ ਹੋਏਗਾ ਉੱਥੇ ਤੇਰਾ ਮਨ ਹੋਏਗਾ। ਹਾਲੇਲੂਇਆ। ਇੱਕ ਪ੍ਰਭੂ ਦੇ ਦਾਸ ਦੀ ਗਵਾਹੀ ਕਹਿੰਦਾ ਜੀ, ਮੈਂ ਜਦੋਂ ਵੀ ਮੈਨੂੰ ਪੈਸੇ ਕਹਿੰਦਾ ਚਿੱਟੇ ਚਿੱਟੇ ਨੋਟ ਮਿਲਦੇ ਹੁੰਦੇ ਸੀ, ਕਿੱਥੋਂ ਵੀ ਪ੍ਰਭੂ ਨੂੰ ਮੰਨਦਾ ਸੀ। ਬਾਅਦ ਚੋਂ ਪਾਸਟਰ ਬਣਿਆ। ਕਹਿੰਦਾ ਮੈਂ ਆਪਣੀ ਬਾਈਬਲ ਵਿੱਚ ਪੈਸੇ ਰੱਖਦਾ ਹੁੰਦਾ ਸੀਗਾ ਕਿ ਬਾਈਬਲ 'ਚ ਲਿਖਿਆ ਜਿੱਥੇ ਤੇਰਾ ਧਨ ਹੋਏਗਾ ਉੱਥੇ ਤੇਰਾ ਮਨ ਹੋਏਗਾ। ਹਾਲੇਲੂਇਆ। और हर वारी एवें करदा सी, अपने पैसे चिट्टे चिट्टे जोड़ के रख लेने इत्थे भी मेरा मन इत्थे रिहा करूगा, बाइबल दे विच मेरे पैसे है। एक बार एक जगह ते गया, उत्थे लोग प्रार्थना कर रहे सी, चच दी कोई प्रॉब्लम सीगी, ओदे लई खुदा नूं कहा सी प्रभु हेल्प कर प्रभु, साडे लई रिस्पांसिबल भेज जो साडे चच नूं आ जरूरत है, प्रभु साडी हेल्प कर। ਉਹ ਉੱਥੇ ਚਲਾ ਗਿਆ ਕਿਤੇ, ਉੱਥੇ ਹੁਣ ਜਦੋਂ ਖੜ ਗਿਆ ਤੇ ਪਵਿੱਤਰ ਆਤਮਾ ਨੂੰ ਕਹੇ ਵੀ ਜਿਹੜੇ ਚਿੱਟੇ ਚਿੱਟੇ ਨੋਟ ਤੋਂ ਬਾਈਬਲ 'ਚ ਰੱਖੇ ਨਾ ਇੱਥੇ ਦੇ ਕੇ ਜਾ। ਹਾਲੇਲੂਇਆ। ਕਹਿੰਦਾ ਨਹੀਂ ਨਹੀਂ, ਇਹ ਤਾਂ ਕਹਿੰਦੇ ਆਵਾਜ਼ਾਂ ਰੰਗ ਬਰੰਗੀਆਂ ਦੀ, ਆਪਾਂ ਚੱਲੀਏ ਘਰੇ। ਹਾਲੇਲੂਇਆ। ਉੱਥੋਂ ਕੀ ਹੋਇਆ? ਘਰੇ ਚਲਾ ਗਿਆ। ਘਰੇ ਜਾ ਕੇ ਬਾਈਬਲ ਪੜ੍ਹੀ ਤੇ ਬਾਈਬਲ ਤੋਂ ਉੱਥੇ ਵੀ ਆਵਾਜ਼ਾਂ ਆਉਣ।
ਇਹ ਚਿੱਟੇ ਚਿੱਟੇ ਨੋਟ ਤੇਰੇ ਨਹੀਂ ਆ, ਉੱਥੇ ਦੇ ਕੇ ਉਹਨਾਂ ਨੂੰ ਜ਼ਰੂਰਤ ਹੈ। ਕਹਿੰਦੇ ਪ੍ਰਭੂ ਮੈਂ ਦਸਵੰਧ ਵੀ ਦਿੰਦਾ, ਭੇਟ ਵੀ ਦਿੰਦਾ ਹਾਂ, ਮੈਂ ਸਾਰਾ ਕੁਝ ਕਰਦਾ, ਫਿਰ ਇਹ ਪੈਸੇ ਮੈਂ ਕਿਉਂ ਦੇ ਕੇ? ਤਾਂ ਮੇਰੇ ਪੈਸੇ ਆ, ਮੈਂ ਤਾਂ ਵੈਸੇ ਸਾਫ਼-ਸਾਫ਼ ਕਰਕੇ ਰੱਖੇ ਕਿ ਮਾਣ ਇੱਥੇ ਰਹੇ। ਸਾਨੂੰ ਕਈ ਵਾਰੀ ਲੱਗਦਾ ਕਿ ਇਦਾਂ ਰੱਖਣਾ ਮਾਣੇ ਨੂੰ ਦਿੰਦਾ ਨਹੀਂ, ਪੈਸੇ ਦਿੱਤੇ ਹੀ ਉਹਨੇ। ਰਸਤੇ 'ਚ ਜਾਂਦਾ ਪਿਆ ਸੀ, ਵੱਜਾ ਕੁਝ ਵਿੱਚ, ਉੱਪਰ ਦੀ ਟਾਇਰ ਲੰਘਿਆ, ਉੱਥੇ ਚੇਤਾ ਆਇਆ ਹੁਣ ਤੇ ਚਿੱਟੇ ਨੋਟ ਕਿੱਥੇ ਜਾਣਗੇ ਜੀ, ਬਚਾ ਆਪਣੇ ਚਿੱਟੇ ਨੋਟਾਂ ਕੇ ਆ ਕੇ ਬਚਾ ਲੈਂਦੇ ਨੇ। ਦਬਾ ਦਬ ਕਹਿੰਦਾ ਮੈਂ ਉੱਠਿਆ, ਲੋਕ ਫੜਨ ਦਬਾ ਦਬ, ਕਹਿੰਦੇ ਵੀ ਐਂਬੂਲੈਂਸ ਮੰਗਾਓ ਵੀ ਨੂੰ ਲੈ ਕੇ, ਕਹਿੰਦਾ ਨਹੀਂ ਉੱਥੇ ਨਹੀਂ ਜਾਣਾ, ਜਿੱਥੇ ਚਿੱਟੇ ਚਿੱਟੇ ਨੋਟ ਦੇ ਨੇ ਉੱਥੇ ਜਾਣਾ। ਪ੍ਰਭੂ ਨੇ ਅਕਲ ਦੀ ਗੋਲੀ ਸਿਖਾਤੀ ਹੈ, ਅਕਲ ਦੀ ਗੋਲੀ ਪ੍ਰਭੂ ਕਹਿੰਦਾ ਪ੍ਰਭੂ ਨੇ ਮੈਨੂੰ ਸਿਖਾਤੀ ਹੈ। ਕਹਿੰਦਾ ਮੈਂ ਸਿੱਧਾ ਗਿਆ, ਲਿਬੜਾ ਤਿਬੜਾ ਸਿੱਧਾ ਉੱਥੇ ਗਿਆ ਵੀ ਆ ਚੱਕੋ ਵੀ ਖੁਦਾ ਨੇ ਮੈਨੂੰ ਭੇਜਿਆ, ਜਿੱਥੇ ਤੇਰਾ ਧਨ ਹੈ ਉੱਥੇ ਤੇਰਾ। ਸਾਡਾ ਧਨ ਸਵਰਗ 'ਚ ਜਾਂਦਾ ਕਦੋਂ ਪਤਾ? ਕਰਨੇਲੀਅਸ ਨੇ ਬਾਈਬਲ 'ਚ ਪੈਸੇ ਰੱਖੇ ਸੀ ਨਹੀਂ, ਉਹਨੇ ਯਹੂਦੀ ਯਾਜਕਾਂ ਨੂੰ, ਯਹੂਦੀ ਲੋਕਾਂ ਨੂੰ ਦਾਨ ਦਿੰਦਾ ਸੀ। ਆਪ ਯਹੂਦੀ ਨਹੀਂ ਸੀਗਾ, ਹਾਲੇਲੂਇਆ, ਆਪ ਗੈਰ ਯਹੂਦੀ ਸੀਗਾ। ਉਹ ਪਰਮੇਸ਼ਰ ਦੇ ਕੰਮਾਂ ਲਈ, ਪਰਮੇਸ਼ਰ ਦੇ ਕੰਮਾਂ ਲਈ ਆਫਰਿੰਗ ਦਿੰਦਾ ਸੀ। ਸਵਰਗਦੂਤ ਨੇ ਕਿਹਾ ਹੈ ਕਰਨੇਲੀਅਸ, ਤੇਰੇ ਦਾਨ, ਤੇਰੀਆਂ ਪ੍ਰਾਰਥਨਾਵਾਂ ਪਰਮੇਸ਼ਰ ਦੇ ਘਰ 'ਚ ਯਾਦਗਾਰੀ ਲਈ ਉੱਥੇ ਏਦਾਂ ਜਾਂਦਾਗਾ। ਬਾਈਬਲ 'ਚ ਪੈਸੇ ਰੱਖਣ ਦੇ ਨਾਲ ਨਹੀਂ ਜਾਂਦੇ। ਹਾਲੇਲੂਇਆ। ਫਿਰ ਰਾਤ ਨਾ ਹੋਗੀ, ਜੇ ਰਾਤ ਨਹੀਂ ਹੋਏਗੀ ਉਹਦੇ ਚੋਰ ਨਹੀਂ ਆਉਂਦੇ। ਸਾਨੂੰ ਕਿੱਥੇ ਆਪਣਾ ਧਨ ਜਮਾ ਕਰਨਾ ਚਾਹੀਦਾ? ਪ੍ਰਭੂ ਦੇ ਘਰ ਦੇ ਵਿੱਚ। ਧਨੀ ਨੂੰ ਪਰਮੇਸ਼ਰ ਨੇ ਕਿਹਾ, ਕਹਿੰਦਾ ਜਾ ਜੋ ਕੁਝ ਤੇਰਾ ਹੈਗਾ ਏ ਜਾ ਕੇ ਕੰਗਾਲਾਂ 'ਚ ਵੰਡ ਤੇ ਤੈਨੂੰ ਸਵਰਗ 'ਚ ਧਨ ਮਿਲੇਗਾ। ਤੁਹਾਨੂੰ ਪਤਾ ਜਿਹੜਾ ਸਵਰਗ ਦਾ ਸੋਨਾ ਹੈ ਉਹ ਖੋਟਾ ਨਹੀਂ। ਇਥੋਂ ਦੇ ਸੋਨੇ 'ਚ ਮਿਲਾਵਟ, ਉਹ ਕੁੰਦਨ ਸੋਨਾ ਹੈ। ਹਾਲੇਲੂਇਆ। फिर रात ना होगी और उन्हें दीपक और सूर्य के उजाले की आवश्यकता ना होगी। फिर दीपक की लोड़ नहीं आई, फिर लोड़ पाएगी नहीं। हालेलुया। उथे सूरज नहीं होएगा, सूरज होगा उथे फिर तपन भी होएगी। हालेलुया। फिर उथे पसीना भी आएगा जेकर सूरज होएगा ते, पर सूरज है ही नहीं है, उथे चानन की लोड़ नहीं पैंदी, उथे चानन करन दे लई, क्योंकि प्रभु परमेश्वर उन्हें उजाला देगा। की देगा? अब बाइबल पढ़ते ना यूहन्ना दी प्रकाशित वाक्य, यूहन्ना कहंदा जद उहदे हल मैं वेख्या तां ओहदा मूंह दा प्रकाश सूरज नालों 7 गुना ज्यादा सी। हालेलुया। सूरज यीशु मसीह दे मूंह दे अगे फिक्का पै जांदा है, इन्ना तेज है उहदे मूंह। मैं तुहानू स्वर्ग दी विशेषता दस दिया। एक वचन होर कढिए, प्रकाशित वाक्य 22 का 10 वचन। उस मैनू आख्या कि इस पोथी दे अगां पाठ दी बाणियां उत्ते मोहर ना ला, क्यों जो समा नेड़े है। जेड़ा कुधर्मी है वो अगां नूं कुधर्म करी जाए, अते जेड़ा पलीत है वो अगां नूं पलीत होई जाए। आमीन आमीन। 21 ਦਾ ਪ੍ਰਕਾਸ਼ਿਤ ਵਾਕਿਆ 21 ਦਾ 3 वचन पढ़िए। ਅਤੇ ਮੈਂ ਸਿੰਘਾਸਨ ਤੋਂ ਇੱਕ ਵੱਡੀ ਆਵਾਜ਼ ਇਹ ਆਖਦੀ ਸੁਣੀ ਕਿ ਵੇਖ ਪਰਮੇਸ਼ਰ ਦਾ ਡੇਰਾ ਮਨੁੱਖਾਂ ਦੇ ਨਾਲ ਹੈ ਅਤੇ ਉਹ ਉਹਨਾਂ ਨਾਲ ਡੇਰਾ ਕਰੇਗਾ ਅਤੇ ਉਹ ਉਸ ਦੀ ਪ੍ਰਜਾ ਹੋਣਗੇ ਅਤੇ ਪਰਮੇਸ਼ਰ ਆਪ ਉਹਨਾਂ ਦਾ ਪਰਮੇਸ਼ਰ ਹੋ ਕੇ ਉਹਨਾਂ ਦੇ ਨਾਲ ਰਹੇਗਾ ਅਤੇ ਉਹ ਉਹਨਾਂ ਦੀਆਂ ਅੱਖਾਂ ਤੋਂ ਹਰ ਇੱਕ ਹੰਝੂ ਪੂੰਝੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ, ਨਾ ਰੋਣਾ, ਨਾ ਦੁੱਖ ਹੋਵੇਗਾ। ਪਹਿਲੀਆਂ ਗੱਲਾਂ ਜਾਂਦੀਆਂ ਰਹੀਆਂ, ਸਾਰੀਆਂ ਗੱਲਾਂ ਚਲੀਆਂ ਜਾਣਗੀਆਂ। रोना खत्म, मौत दा डंग खत्म, दर्द खत्म। हालेलुया। वह उनकी आंखों से आंसू पोंछ डालेगा, इसके बाद मृत्यु ना होगी। फिर मौत, स्वर्ग विच मौत नहीं। ਜਿਹੜੇ ਲੋਕ स्वर्ग विच जाणगे सदा सदा जिउंदे रहणगे। किन्ना चिर जिउंदे रहणगे?
1 साल 2 साल 100 साल 1000 साल बाइबल कोई गिनती नहीं दसदी। जिवें परमेश्वर सदा जिਉਂਦਾ है ਐਵੇਂ ਅਸੀਂ परमेश्वर ਦੇ ਨਾਲ युगान युग ਜਿਉਂਦੇ ਰਹਾਂਗੇ और परमेश्वर ਦੇ ਨਾਲ ਰਹਾਂਗੇ। ਸਾਡਾ परमेश्वर ਸਾਡੇ ਨਾਲ ਰਹੇਗਾ। ਰੱਬ ਹਾਲੇਲੂਇਆ। ਉਹ ਕਿੰਨਾ ਭਲਾ ਹੈ। ਉਹਨੇ ਕਿਹਾ ਮੈਂ ਯੁੱਗਾਂ ਦੇ ਅੰਤ ਹਰ ਸਮੇਂ ਤੁਹਾਡੇ ਨਾਲ ਆ। ਧਰਤੀ ਤੇ ਵੀ ਉਹ ਨਾਲ ਆ। ਤਾਂ ਸੋਚ ਕੇ ਵੇਖੋ ਅੱਜ ਪ੍ਰਤੱਖ ਰੂਪ ਨਾਲ ਨਹੀਂ ਹੈ, ਪਵਿੱਤਰ ਆਤਮਾ ਦੇ ਜ਼ਰੀਏ ਸਾਡੇ ਅੰਦਰ ਰਹਿੰਦਾ ਹੈ ਤੇ ਸਵਰਗ ਦੇ ਵਿੱਚ ਪ੍ਰਤੱਖ ਰੂਪ ਨਾਲ ਸਾਡੇ ਨਾਲ ਰਹੇ। ਅਸੀਂ ਉਹਦੇ ਨਾਲ ਚੱਲਾਂਗੇ। ਜਿਵੇਂ ਆਦਮ परमेश्वर ਦੇ ਨਾਲ ਚੱਲਦਾ ਸੀ, परमेश्वर ਨਾਲ ਗੱਲਾਂ ਕਰਦਾ ਸੀ। ਸੋਚ ਕੇ ਦੇਖੋ ਕਿੰਨਾ ਆਨੰਦ ਹੋਏਗਾ। ਰੱਬ ਹਾਲੇਲੂਇਆ। ਇਹ ਕੋਈ ਮਨ ਘੜਤ ਕਹਾਣੀਆਂ ਨਹੀਂ ਹੈ, ਇਹ ਸੱਚਾਈ ਹੈ। ਬਾਈਬਲ परमेश्वर प्रेम करने वाला है। बाइबल च लिखिया अजिहियां चीजां जेड़ियां अख ने नहीं देखियां ना व्यक्ति दे मन विच आईयां, जेड़ियां तोड़े लई उहने तैयार करके रखियां होईयां। तुहानू गिफ्ट मिलेगा। रब हालेलुया। स्वर्ग च जाओगे ना, प्रभु तुहानू गिफ्ट के तौर ते चीजां देगा जेड़ियां किसी ने देखियां ही नहीं आ। अज दुनिया दी चीजां देख के कहने वाओ कितना सोहना। तुहानू पता है जेड़े कलर धरती दे उत्ते इस तो इलावा भी कलर हैगे, पता तुहानू? धरती के जेड़े कलर है ना, ये तो धरती ते ही है। स्वर्ग दे विच इस तो भी ज्यादा कलर है, बड़े सुंदर कलर है। रब हालेलुया। क्योंकि स्वर्ग बहुत सुंदर है, सोने दा है। ये सोने नूं सोना पाउण तो कई लोग चाहते मेरे सोना मेरे को सोना होवे, उत्थे सोने दी सड़कां होणगीआं जिन्हां उत्ते आपां चलना है। सुपने लिया करो स्वर्ग दी, क्योंकि आपां उत्थे ही जाना है। रब हालेलुया। एक व्यक्ति ने लिखिया कहते ने बुद्ध धर्म के लोग नरक की गल ज्यादा करते क्योंकि उन्होंने उत्थे ही जाना है। असीं गल स्वर्ग की क्यों करते हैं? क्यों स्वर्ग ते ध्यान देने हैं? यीशु ने क्यों कहा बार बार तौबा करो स्वर्ग नेड़े आ गया है। इंसानियत पहला कभी भी इन्ना स्वर्ग के लागे नहीं सी जिन्ना अज। अज असीं स्वर्ग के बहुत करीब आ। हालेलुया। जानते बहुत सारे लोगों ने स्वर्ग का दर्शन भी किया है, क्योंकि प्रभु अपने लोगों को प्रेम करता है। उन्हें अजिहियां चीजां तैयार कीतियां हैं जेड़ियां अज तक रब देखी ही नहीं। लिखिया इसके बाद मृत्यु ना रहेगी, ना शोक होगा, ना बिलाप, ना पीड़ा रहेगी। सिर दर्द, पेट दर्द, गोडे दर्द, लक दर्द हमेशा लिए खत्म कर देगा। देखो कितनी तंदुरुस्ती हुई। आदम जो बनाया सी परमेश्वर ने, वो बीमार नहीं सी, ओदा सिर दर्द नहीं सी हुंदा। आदम जेड़ा बनाया सी कदे बुढ़ा नहीं सी हो सकदा। अजे ही बॉडी ओ दे देगा। रब हालेलुया। तानू पता जदों एक होर गल दसा स्वर्ग दी, जदों स्वर्ग च जावांगे ना तां बुढ़े नहीं उत्थे होवांगे। नहीं तां बुजुर्ग खुंडी लेके स्वर्ग च तुरूगा, प्रॉब्लम तां फिर धरती वाली रहूगी। सब तो बड़ी विशेषता स्वर्ग दी ये है, जिन्ने बुजुर्ग है वो स्वर्ग च यंग होणगे, जेड़े यंग हो यंग ही रहणगे। रब हालेलुया। उत्थे बुजुर्ग नहीं होणगे, उत्थे अखां ऐनका लाउण दी लोड़ नहीं पैगी, क्योंकि परमेश्वर की कहता मैं सब कुछ नवा करांगा, पुरानियां गल्लां बीत जाणगियां। तोड़ा रोना, तोड़े दुख, यीशु दे लई किसी ने गालां कढियां भुल जाओगे, यीशु लई कुट खाधियां भुल जाओगे, यीशु दा नाम लैंदी सी संगत आउंदी सी, पति मारदा सी, दुख भुल जाओगे। स्वर्ग जाओगे तां आनंद करोगे, शांत रहोगे, रोना नहीं होएगा, उत्ते पीड़ा नहीं होणगीआं। उत्थे यीशु मसीह साडा प्रभु साडे नाल होएगा, उसदे प्रेम नूं पावांगे। रब हालेलुया। ये तो है स्वर्ग दी विशेषतावां। और स्वर्ग जाएगा कौन? इत्थे आके पंगा पाएगा, क्योंकि जिन्हां ने स्वर्ग जाना है, क्योंकि विआह विच सद्दे तां बहुत सीगे, बात की कर लापे बहानेबाजी कर लापे सी या नहीं? आपां वचन पढ़दे आ मत्ती दी अंजील च ना, कहंदा राजे ने विआह विच लोकां नूं बुलाया, लोकां नूं कहंदा भी मैं सब कुछ तैयार किया, आओ मेरे ब्याह। लोग बहानेबाजी कर ला पे। स्वर्ग जाएगा कौन? स्वर्ग हर एक को पहन जाएगी, हर एक को पाई जाएगा जेड़ा यीशु मसीह नूं अपना उद्धार करता रूप च ग्रहण करता है, जेड़ा यीशु मसीह दे विश्वास करता है। यीशु ने की कहा जिथे मैं हां मेरे ते विश्वास करने वाला भी उत्थे है। यीशु स्वर्ग च है तां विश्वास करने वाला धरती ते किवें रह जाएगा? हालेलुया। विश्वास विच चलते हुए बहुत सारियां गल्लां हैं जिसनां नूं असीं अपने जीवन दे विचों बाहर कढना है। हालेलुया। स्वर्ग जाएगा कौन?
नंबरां दी पोथी 15 अध्याय नोट करिए आओ वचन अगां तो जिन्ने भी पढ़े लिखे बच्चे या भैन भाई अपनी डायरी ते एक पेन नाल लेके आया करो, वचन नोट करया करो। ज़बूर 15 का 1 तो पढ़िए। है यहोवा, तेरे तंबू में कौन रहेगा? तेरे पवित्र पर्वत पर कौन बसने पाएगा? हाँ जी, जो सिधाई से चलता और धर्म के काम जो सच्चाई से चलता, हालेलुया। कौन परमेश्वर दे पवित्र भवन दे विच जाएगा? किन्ने खुदा दे घर दे विच जाना है? हे परमेश्वर, तेरे तंबू में कौन रहेगा? परमेश्वर दा तंबू की है? स्वर्ग। कौन जाएगा? तेरे पवित्र पर्वत पर कौन बसने पाएगा? कौन उठे रहेगा? नंबर 1 ते वह जो खराई से चलता है, धर्म के काम करता है। ध्यान करिए, स्वर्ग की विशेषता सुन के खुश हो गया, मन आनंद हो गया। और ये चीजें प्राप्त करनियां है, तानु खराई दे नाल चलना पड़ेगा। खराई की है? हर तरह के पाप तो अलग होना पड़ेगा, हर तरह की बदी तो अलग होना पड़ेगा। हालेलुया। जिवें परमेश्वर ने अयूब नूं कहा, एक खरा मनुखा, वो परमेश्वर नाल वफादार सीगा, विश्वासी योग्य सी, हाँ, और हृदय से सच बोलता है। झूठ बोलने वाला स्वर्ग विच नहीं जाएगा। कौन जाएगा? सच, दिल तो सच बोलदा, उपरों उपरों नहीं, दिल तो सच बोलदा जेड़ा। ये नहीं आ तुहाडे मन च कुछ होर है ते बुल्लां ते कुछ होर होवे, वो वाला सच नहीं। जेड़ा दिल तो सच बोलदा है और अपनी जीभ से निंदा नहीं करता, कौन स्वर्ग जाएगा? साडे चर्च दी एक सिस्टर है, उन्होंने कहा असि अपनी सारियां गलतियां लिख लैणियां, फिर जेड़ी जेड़ी गलती असी छाड़ती टिक लाई जानी है। बहुत अच्छा है, बहुत वधिया है। सानू पता तो होवे केड़ी गलती मेरे अंदर ते केड़ी अज मैं कढती अपने अंदरों। सुधार तां फिर ही होएगा ना। राशन दा समान लेके जांदे हो, लिस्ट घरों लेके जांदे हो, अद्धे मीटर उत्थे पर कल्ली कल्ली चीज आ गई, हां जी आ भी आ गई, हां जी आ भी आ गई, केड़ी चीज रह गई देखदे हो। अपनी गलतियां नोट करो और कढनियां शुरू करो। हालेलुया। केड़ी चोरी दा झूठ बोलण दी आदत है, निंदा करन दी आदत है, गाली कढण दी आदत है, केड़ी केड़ी तुहाडे अंदर कमी है लिख लो, और जेड़ी जेड़ी निकलदी जांदी है सही करी करी। हालेलुया। कौन कहता तेरे पवित्र पहाड़ में जाएगा? कौन प्रभु दे घर विच वसन पाएगा? ओ जेड़ा दिल तो सच बोलदा है, जेड़ा खराई दे नाल चलदा है, जेड़ा जो अपनी जीभ से निंदा नहीं करता और ना अपने मित्र की बुराई करता है, अपने दोस्त की बुराई नहीं करेगा। हालेलुया। जेड़ा अपने दोस्त की बुराई करता, बुराई करना मतलब कई दोस्त इदां दे हुंदे जो जांदे आ घर दे विच ओदी सिस्टर ते या भैन दे नाल गलत रिलेशन रख लैंदे, ਉਹ नहीं जाएगा, वो व्यक्ति नहीं जाएगा, सच रहना। वो जाएगा जिहड़ा मित्र दे नाल बुराई नहीं करदा, मित्र नाल झूठ नहीं बोलदागा, आपदे मित्र दी निंदा नहीं करदागा, अपने मित्र नूं अपने समान प्रेम करदा, ओदे सब रिश्तेदार अपने समान प्रेम रखदा। हालेलुया। हाँ, और ना अपने मित्र की बुराई करता और ना अपने पड़ोसी की निंदा करता। वह जिसकी दृष्टि में निकम्मा मनुष्य तुच्छ है और जो यहोवा के नियमों का आदर करता है, जो शपथ खाकर नहीं, चाहे हानि भी उठानी पड़े, जो अपना रुपया ब्याज पर नहीं देता। हालेलुया। हाँ, एक चीज भूल गया सी मैं, और ना अपने पड़ोसी की निंदा सुनता है। निंदा करना ते निंदा सुनना दोनों एक बराबर है। हालेलुया। लिखा, और ना अपने मित्र की बुराई करता है और ना अपने पड़ोसी की निंदा सुनता है। जे तुहानू अपने गवांडी दी निंदा सुनने की आदत है तो छाड़ दो जे स्वर्ग जाना। अपने दोस्त की निंदा सुनने की आदत है, छाड़ दो जे स्वर्ग जाना है, क्योंकि जिहड़ा जिन्हें स्वर्ग में जाना है ना, वो कहता वो आ काम नहीं करेगा। हालेलुया। ਤੁਹਾਡੇ ਕੋਲੇ ਕੋਈ ਨਿੰਦਿਆ ਕਰਦਾ ਉਹਨੂੰ ਸਿੱਧਾ ਜਵਾਬ ਦਿਓ, ਮੇਰੇ ਕੋਲੇ ਨਿੰਦਿਆ ਨਹੀਂ।
प्रभु ਦੇ 10 ਪਾਸ ਗੁੱਟਾ ਹੀ ਕਹਿੰਦੇ ਕਿ ਮਾਤਾ ਸਾਡੇ ਕੋਲੇ ਆ ਗਈ। ਉਹ ਮਾਤਾ ਮੇਰੇ ਕੋਲ ਚੁਗਲੀਆਂ ਕਰਨ ਲੱਗ ਪਈ। ਕਹਿੰਦਾ ਮਾਤਾ ਮੇਰੇ ਕੋਲੇ ਚੁਗਲੀਆਂ ਨਾ ਕਰ, ਮੈਂ ਤੇਰੀਆਂ ਚੁਗਲੀਆਂ ਨਹੀਂ ਸੁਣਨੀਆਂ। ਤੂੰ ਕਿੱਦਾਂ ਦਾ ਪਾਸਟਰ ਹੈ? ਉਹ ਫਲਾਨਾ ਪਾਸਟਰ ਦਾ ਸਾਰੀਆਂ ਸੁਣ ਲੈਂਦਾ, ਤੂੰ ਕਾਹਦਾ ਨਹੀਂ ਸੁਣਦਾ? ਹਾਲੇਲੂਇਆ। सच है, अपने पड़ोसी की निंदा नहीं सुनता। सानू कई बारी जेड़ा साडे नाल लागबाज होवे ना, जिहदी बनदी ना होवे, ओहदियां गल्लां सुननियां सानू वधिया लगदियां। कहावतां च लिखिया है, चुगली स्वादलियां बुरकियां वांग ढिड च वड़ जांदी, मिठियां लगदियां पर ये जहर वर्गियां है। जिंदगी च जहर है जेड़ा इहनू सुनदा है। जे तुहानू ये आदत है तां इहनू छड्डना है। निंदिया करनी भी नहीं है ते निंदिया सुननी भी नहीं। हालेलुया हालेलुया। और जो अपना रुपया ब्याज पर नहीं देता, आज 5 रुपए ब्याज, 10 रुपए ब्याज, तो जिहड़े ब्याज ते पैसे दिंदे स्वर्ग जाणगे नहीं। हालेलुया। क्योंकि कलाम जिद्दां दा हैगा है, इहनू एवें दा ही लेना। आज लोग ब्याज ते पैसे दिंदे आ, 5 रुपए 10 रुपए 20 रुपए ब्याज भी लाई जाते। हालेलुया। फिर जिहड़े ब्याज लाउणगे कहंदा, जो अपना रुपया ब्याज पर नहीं देता और ना निर्दोष की हानि करने के लिए घूस लेता है। रिश्वत जिहड़े लैंदे आ वो स्वर्ग नहीं जाणगे। जिहड़े रिश्वत लैंदे, बाइबल च लिखिया है रिश्वत इंसान नूं अन्या कर दिंदी है। हालेलुया। एक वचन होर कढीए, मत्ती 19 दा 23 वचन, जल्दी जल्दी 19 दा 23 वचन, मत्ती 25 दा 41, दो वचन काट लो, 19 दा 23 ते 25 दा 41। तब यीशु ने अपने चेलों से कहा, मैं तुमसे सच सच कहता हूँ कि धनवान का स्वर्ग के राज्य में प्रवेश करना कठिन है। फिर तुमसे कहता हूँ, आमीन। बनना तो नहीं भाई। वो कहता धनी दा स्वर्ग दे राज च वड़ना औखा है। हालेलुया। धनी दा स्वर्ग दे राज्य विच जाना कठिन है। पर असीं कहने आ प्रभु बहुत सारा पैसा है मेरे कोले, प्रभु धन ही धन हो जाए मेरे कोले। बाइबल कहंदी आ पैसे दा लोभ सारी बदी दी जड़ आ। ਉਹ ਵਿਅਕਤੀ ਨੂੰ ਨਾਸ਼ ਦੇ ਸਮੁੰਦਰ ਵਿੱਚ ਡੋਬ ਦਿੰਦਾ ਜਿਹੜਾ ਵਿਅਕਤੀ ਪੈਸੇ ਦੇ ਪਿੱਛੇ ਚੱਲਦਾ ਹੈ। हालेलुया। और तब यीशु ने अपने चेलों से कहा, मैं तुमसे सच कहता हूं। यीशु झूठ बोलेगा? यीशु झूठ कहता मैं तुहानू सच कहता हां, धनवान स्वर्ग के राज्य में प्रवेश करना कठिन है। जा तो सकता पर कठिन है, क्योंकि ज्यादातर जिहदे कोले पैसा हुंदा वो पैसा ही ओहदा ईश्वर हुंदा। वो अपने पैसे ते घमंड करदा, वो अपना पैसा की दिंदा है ब्याज दे उत्ते। धनवान की करेगा? पैसा ज्यादा है ना, चल यार ब्याज ते दे दिंदे आ, पैसे होर हो जाणगे। हालेलुया। धनवान दा स्वर्ग च जाना क्यों कठिन है? आप जबूरा दी पुस्तक पढ़िया, वो अपना जिन्हें स्वर्ग जाने ना उनके कोल जे पैसा होया, चाहे वो धनी भी होया, वो ब्याज ते कदे नहीं देगा, धारा दे देगा भाई तू मैनू मोड़ दे। मुड़ के जेकर नहीं मोड़िया गया चल कोई गल ना। हालेलुया। क्योंकि बाइबल की कहती है उधार दे के वापस मिलन दी आशा ना रख। धनी स्वर्ग च नहीं जाणगे। जेड़े अपने आप को धनवान कहते हैं ना, असी धनी आ भी असी पैसे वाले आ, उन्हां दा स्वर्ग च जाना बड़ा कठिन है। कठिन क्यों? बाइबल कहती है पैसे दा लोभ बुराई दी जड़। जो पैसा होता है ना, बंदा ब्याज नंबर 1 ते ब्याज दे लेगा, नंबर 2 ते कमंडी हो जाएगा, अहंकारी हो जाएगा, गरीब लोगों को तुच्छ जानेगा। हालेलुया। ਉਹਦੇ ਕੋਲੇ ਪੈਸਾ ਹੋਏਗਾ, ਉਹਦੇ ਅੰਦਰ ਲਾਲਚ ਹੋਏਗਾ, ਇਸ ਪੈਸੇ ਨਾਲ ਮੈਂ ਹੋਰ ਪੈਸੇ ਕਮਾ ਲਵਾਂ, ਚਾਹੇ ਉਹ ਜੂਆ ਖੇਡੇ ਚਾਹੇ ਕੁਝ ਵੀ ਕਰੇ। ਇਹ ਜਿਹੜੀਆਂ ਚੀਜ਼ਾਂ ਇਨਸਾਨ ਨੂੰ ਪਰਮੇਸ਼ਰ ਤੋਂ ਕੀ ਕਰਦੀਆਂ ਨੇ? दूर ले जाए। 25 का 40 भी पढ़ो। तब वह भाई और बालों से कहेगा, हे श्रापित लोगों, मेरे सामने से उस अंत आग में चले जाओ जो शैतान और उसके दूतों के लिए तैयार की गई है। आमीन। हुण नरक केड़े जाणगे? जेड़े श्रापित लोग है। श्रापित लोग केड़े आ? जेड़े निंदा सुनदे, निंदा करदे, ब्याज दे पैसे दिंदे, पैसे दे पिछे भजदे, जेड़े खुदा दे वचन नूं पूरा नहीं करते। गलातिया 5 दा 20 भी पढ़ दे।
ਪੰਜ ਦਾ ਵੀ मृत्यु, मूर्ति पूजा, टोना और झगड़ा, ईर्ष्या, क्रोध, विरोध, फूट, विधर्म, डाह, मतवालापन, लीला कीड़ा और उनके जैसे और काम हैं। उनके विषय में मैं तुमको पहले से कह देता हूँ, जैसा पहले कह ही चुका हूँ कि ऐसा ऐसा काम करने वाले परमेश्वर के राज्य के वारिस ना होंगे। ਇਹੋ ਜਿਹੇ ਕੰਮ ਕਰਨ ਵਾਲੇ ਪਰਮੇਸ਼ਰ ਦੇ ਰਾਜ ਦੇ ਵਾਰਿਸ ਕਿਹੜੇ ਕੰਮ ਕਰਨ ਵਾਲੇ ਤੁਸੀਂ ਪੜ੍ਹ ਚੁੱਕੇ ਹੋ। ਰੱਬ ਹਾਲੇਲੂਇਆ ਹਾਲੇਲੂਇਆ। ਇਹ ਹੁਣ ਗਲਾਤੀ ਜਿਹੜਾ 5 ਦਾ ਪੜ੍ਹਿਆ ਨਾ ਤੁਸੀਂ, ਗਲਾਤੀਆ 5 ਦਾ 20 ਵਚਨ ਘਰੇ ਨੋਟ ਲਾਓ, ਟਿਕ ਕਰੋ। ਤੁਹਾਡੇ ਅੰਦਰ ਇਹੋ ਜਿਹਾ ਕੁਝ ਹੈ, ਇਹੋ ਜਿਹੇ ਕੰਮ ਕਰਨ ਵਾਲੇ ਕਹਿੰਦਾ ਸਵਰਗ ਹੀ ਨਹੀਂ ਜਾਣਗੇ। ਰੱਬ ਹਾਲੇਲੂਇਆ। ਕਿਹੜੇ ਲੋਕ ਜਿਹੜੇ ਸਰੀਰ ਦੇ ਕੰਮ ਕਰਦੇ ਆ, ਕਿਉਂਕਿ ਲਿਖਿਆ ਸਰੀਰ ਕੇ ਕੰਮ, ਸਰੀਰ ਦੀ ਇੱਛਾ ਪੂਰੀ ਕਰਨਾ, ਸਰੀਰ ਦੇ ਕੰਮਾਂ ਨੂੰ ਪੂਰਾ ਕਰਨਾ, ਸਰੀਰ ਦੇ ਅਨੁਸਾਰ ਚੱਲਣਾ। ਉਹਨਾਂ ਚੋਂ ਆ ਜਾਂਦਾ ਹੈ ਨੰਬਰ 1 ਤੇ ਵਿਭਚਾਰ। ਹਾਲੇਲੂਇਆ। ਗੰਦੇ ਕੰਮ, ਲੁਚਪਨ, ਮੂਰਤੀ ਪੂਜਾ, ਟੋਨਾ, बैर, झगड़ा, ईर्ष्या, क्रोध, विरोध, फूट, विधर्म, ढहा, मतवालापन, लीला क्रीड़ा और इनके जैसे और काम। इनके विषय में मैं तुमसे पहले भी इनके विषय में मैं तुमसे पहले से कह देता हूँ, जैसे पहले भी कह चुका हूँ, ऐसे काम करने वाले परमेश्वर के राज्य के वारिस नहीं होंगे। विचार करने वाले स्वर्ग नहीं जा सकते, मूर्ति पूजा करने वाले स्वर्ग नहीं जा सकते, जादू टूना करने वाले स्वर्ग नहीं जा सकते, नशे करने वाले स्वर्ग नहीं जा सकते, जिन्हां दे अंदर ईर्खा रहंदी है, जलन रहंदी है, जेलसी करदे हो, स्वर्ग नहीं जा सकते। और जिन्हां दे अंदर फुट रहंदी है, हालेलुया, ये लोग स्वर्ग विच जाणगे नहीं। नोट कर लो, जिन्हें स्वर्ग विच जाना है ये चीजां तोड़े च ना हो। जलन ना करो एक दूजे नाल, ईर्खा ना करो एक दूजे दे नाल, नफरत ना करो एक दूजे दे नाल। हालेलुया। अपनी देहियां नूं पवित्र करके खुदा नूं बलिदान चढ़ाओ, अपना विवेक शुद्ध रखो, अपनी अखां नूं पवित्र रखो, मूंह दा बोलना पवित्र रखो। ਜਿਹੜੇ ਇਹੋ ਜਿਹੇ ਕੰਮ ਕਰਦੇ ਨਾ ਉਹ स्वर्ग नहीं ਜਾਣਗੇ, पर ਅਸੀਂ स्वर्ग ਜਾਣਾ ਹੈ। ਇਹ ਤਾਂ ਸੀਗਾ ਜਿਨ੍ਹਾਂ ਨੇ स्वर्ग नहीं ਜਾਣਾ, ਹੁਣ ਆਪਾਂ ਕਿੱਥੇ ਜਾਣਾ? ਪੜ੍ਹੀਏ ਇੱਕ ਵਚਨ, ਫਿਲਿੱਪੀਆਂ 3 ਦਾ 20 ਵਚਨ, 3 ਦਾ 20 ਵਚਨ। पर हमारा स्वदेश स्वर्ग में है। आमीन। ਸਾਡਾ स्वदेश ਕਿੱਥੇ ਆ? स्वर्ग दे विच। धरती साडा पक्का ठिकाना नहीं जी, धरती साडा पक्का ठिकाना नहीं है। आगे, और हम एक उद्धारकर्ता प्रभु यीशु मसीह के वहां से आने की प्रतीक्षा करते हैं। आमीन। ਅਸੀਂ ਪ੍ਰਤੀक्षा ਕਰਦੇ ਹਾਂ ਸਾਡਾ ਯਿਸੂ ਕਿੱਥੋਂ ਆਏਗਾ? स्वर्गों आएगा तो स्वर्ग में ही वापस ले जाएगा। अब भजन नहीं बोल देंगे, नीले आसमान के पार जाएगा, मेरा यीशु रहता वहां। हालेलुया। हमारा सब देश स्वर्ग पर है। साडा देश किहड़ा है? इत्थे आपां कीआं परदेसी, इत्थे कीआं परदेसी। तुहानूं पता जिहड़े परदेस गए उन्हां दा मन कित्थे आ? अपने देश आ। उन्हां नूं पता सी एक दिन मुड़ जाना, ਉੱਥੇ ਉਹ ਆਪਣਾ ਪੱਕਾ ਘਰ ਨਹੀਂ ਬਣਾ ਰਹੇ ਹੈਗੇ। ਉਹਨਾਂ ਨੂੰ ਪਤਾ ਇੱਥੇ ਕੁਝ ਕਰਨ ਦੀ ਲੋੜ ਨਹੀਂ ਆ, ਸਾਰਾ ਕੁਝ ਤਾਂ ਉੱਥੇ ਹੈ। ਸਾਡਾ ਕਿੱਥੇ ਸਾਰਾ ਕੁਝ? ਸਵਰਗ ਦੇ ਵਿੱਚ। ਸਵਰਗ ਸਾਡਾ ਸੰਦੇਸ਼ ਹੈ। ਆਪਾਂ ਕਿੱਥੇ ਜਾ ਰਹੇ ਹਾਂ? ਬੋਲੀਏ। ਕਈ ਬੋਲਦੇ ਨਹੀਂ ਪਏ, ਨਹੀਂ ਜਾਣਾ। ਟਿਕਾਣੇ ਦੋ ਆ, ਸੋਚ ਲਓ। ਵਿੱਚ ਨਿਊਟਰਲ ਕੁਝ ਵੀ ਨਹੀਂ ਆ। ਜਾਂ ਨਰਕ ਹੈ ਤੇ ਜਾਂ ਸਵਰਗ ਹੈ, ਵਿੱਚ ਕੋਈ ਥਾਂ ਬਾਕੀ ਨਹੀਂ ਹੈ। ਜੇ ਸਵਰਗ ਤੋਂ ਕਹੇ ਚਲ ਕੋਈ ਨਾ ਵੇਖ ਲਾਂਗੇ ਜਾ ਕੇ ਕਿਵੇਂ ਦਾ ਹੁੰਦਾ। स्वर्ग प्रभु ने साडे लिए तैयार किया है। मैं बड़े आनंद नाल इस नूं मनाउंदा। प्रभु हाँ, इत्थे चाहे मैनूं भुखा रहना पए, इत्थे चाहे यीशु मसीह नूं कष्ट सहना पए, इत्थे चाहे मैं एक घर तो दूजे घर च जाना, समान टुटदा भजदा, परेशानी आउंदी है, पर स्वर्ग दे विच नहीं आएगी। ये सारा दुख भुल जाना है। हालेलुया।
ਇੱਥੇ ਕਈ ਲੋਕ ਗੱਲਾਂ ਵੀ ਕਰਦੇ ਆ, ਇਹ ਸਾਰਾ ਕੁਝ ਯਿਸੂ ਨੇ ਭੁਲਾ ਦੇਣਾ ਹੈ, ਕਿਉਂਕਿ ਮੇਰਾ ਸੰਦੇਸ਼ ਸਵਰਗ ਹੈ। ਆਮੀਨ। ਹਾਲੇਲੂਇਆ। ਹਾਲੇਲੂਇਆ। ਅਸੀਂ ਕਿੱਥੇ ਜਾ ਰਹੇ ਹਾਂ? ਜੇ ਕੋਈ ਪੁੱਛੇ ਭਾਈ ਕਿੱਥੇ ਜਾ ਰਹੇ ਹੋ, ਸਵਰਗ ਜਾਣਾ। ਅਸੀਂ ਨਰਕ ਦਾ ਨਾਂ ਨਹੀਂ ਲੈਣਾ, ਨਰਕ ਦੀ ਗੱਲ ਵੀ ਨਹੀਂ ਕਰਨੀ। ਨਰਕ ਦੀ ਗੱਲ ਕਿਹਦੇ ਨਾਲ ਕਰਨੀ ਹੈ? ਜਿਹੜਾ ਬੰਦਾ ਪਾਪ ਕਰਦਾ ਹੈ, ਭਾਈ ਛੱਡ ਦੇਣੇ ਤਾਂ ਨਰਕ ਚਲਾ ਜਾਏ, ਕਿਉਂਕਿ ਨਰਕ ਚੇਤਾਵਨੀ ਹੈ। ਸਵਰਗ ਆਨੰਦ ਹੈ। ਹਾਲੇਲੂਇਆ। ਤੁਹਾਨੂੰ ਬੜੇ ਅੱਛੇ ਤਰੀਕੇ ਨਾਲ ਦੱਸਿਆ ਗਿਆ ਹੈ ਸਵਰਗ ਕਿਹਦਾ ਹੈ, ਕਿੰਨੇ ਬਣਾਇਆ ਹੈ, ਕੀ ਵਿਸ਼ੇਸ਼ਤਾ ਹੈ ਸਵਰਗ ਦੀ, ਤੇ ਕੌਣ ਸਵਰਗ ਜਾਏਗਾ ਤੇ ਕੌਣ ਨਹੀਂ ਜਾਏਗਾ। ਆਈ ਅੱਖਾਂ ਨੂੰ ਬੰਦ ਕਰੇ, ਸਿਰਾਂ ਨੂੰ ਝੁਕਾਏ, ਉਹਦਾ ਧੰਨਵਾਦ ਕਰੇ ਜਿਹਨੇ ਤੁਹਾਨੂੰ ਸਵਰਗ ਰਾਜ ਲਈ ਬੁਲਾਇਆ ਹੈ। ਉਹਦਾ ਸ਼ੁਕਰ ਕਰੇ ਜਿਹਨੇ ਆਪਣਾ ਲਹੂ ਤੁਹਾਡੇ ਪਾਪਾਂ ਦੀ ਖਾਤਰ ਕਰੂਸ ਤੇ ਵਹਾਇਆ ਹੈ। ਉਹਨੂੰ ਕਹੇ ਪ੍ਰਭੂ ਧੰਨਵਾਦ ਮੈਨੂੰ ਬਚਾਉਣ ਦੇ ਲਈ, ਮੇਰਾ ਉद्धार ਕਰਨ ਦੇ ਲਈ, ਮੇਰਾ ਛੁਟਕਾਰਾ ਕਰਨ ਦੇ ਲਈ।